दस्तावेज़ के इस अंक तुहाडा स्वागत। मैं तुहाडा अपना जगजीत गिल। अज तुहाडी मुलाकात असी उस ਸਾਹਿਤਕ हस्ती दे नाल करवाउण जा रहे हैं जिन्हां ने जदों कदे किताब लिखी तां बेलोड़ी गल नहीं हुई, जिन्हां नूं जदों कदे वड्डा इनाम मिलिया तां एवें रौला नहीं पिया, जिन्हां ने खूह भी गेड़े, डंगरां नूं पट्ठे दत्थे भी पाए ते फिर MA अंग्रेज़ी दी भी कीती। असीं गल करन जा रहे हैं अवतार सिंह बिलिंग होरां दी। अवतार सिंह बिलिंग दे नावलां दा मुख विशा पंजाब दी छोटी किरसानी रही है, जिस दा संताप उन्हां ने खुद भी हंडाया है। अज जे वेख्या जाए तां पंजाब दे विच दोवें तरह दे किसान हन। एक किसान वो जिन्हां दे कोल वड्डी सारी कोठी, काले रंग की वड्डी सारी गड्डी, बुलेट मोटरसाइकिल, काली बक्की ते काले रंग की बंदूक है। तो दूजे पासे वो किसान भी ने जिन्हां दे घरां दे विच 2 वक्त की रोटी मसां पकदी है। ते वो किसान जांदे तां जिनस लैके मंडी दे विच बेचण वास्ते हन, पर आउंदियां वो बकाए की पर्ची जेब च पा के आउंदे हन ते फिर वो घरां नूं नहीं परतदे। रस्ते विच वो किसी निम दे नाल अपने सिर के साफे दे नाल उस करजे तो मुक्त हो जाते हैं। अवतार सिंह बिलिंग ने छोटी किसानी की गल की है, जिसनों कि उन्होंने खुद भी हंडाया है। आपां बहुतियां गल्लां उन्हां कोलों जाणांगे। आओ तुहानूं लै चलीए पंजाबी दे बहुत प्रसिद्ध नावलकार अवतार सिंह बिलिंग होरां दे कोल। प्यारे मित्रों, दस्तावेज मैगजीन वाले जगजीत सिंह गिल ने मैनू देख लो अमरीका विच भी लभ लिया। ये है साडे जिहड़ी अज दी टैक्नोलॉजी का कमाल। तो फिर उन्होंने गल ये कीती बई दस्तावेज दे लई तुहाडियां गल्लां इहदे विच रिकॉर्ड करनियां ने। मैं सोचदा सी भी मैं उन्होंने कहा भी तुसीं सवाल जवाब पुछ कर लो, मैं जवाब दे जाऊँगा, थोड़ा सौखा जिहा लगदा हुंदा। वो कहंदे नहीं नहीं, तुसीं सारा कुछ करना, तुसीं अपने आप गल्लां करनियां ने, जो मर्जी करो अपने मुढ़ले जीवन बारे जां अपने नावलों बारे जां अपने कहानियां बारे। कि ਇਹ ਗੱਲਾਂ ਜਿਵੇਂ मैं ਕਿਹਾ ਵੀ ਇਹ ਗੱਲਾਂ ਨੂੰ ਕਾਬੂ ਕਰਨਾ ਬੜਾ ਔਖਾ ਹੋ ਜਾਂਦਾ ਹੁੰਦਾ। ਇਹ ਤਾਂ ਇਸ ਤਰ੍ਹਾਂ ਵੀ ਆਪਾਂ ਨੇ ਗੱਲਾਂ 'ਚੋਂ ਗੱਲਾਂ ਕੱਢਣੀਆਂ, ਜਿਵੇਂ ਉਹ ਕਹਿੰਦੇ ਹੁੰਦੇ ਨੇ ਬਾਤ ਨਿਕਾਲੂ ਬਾਤ ਸੇ ਬਾਤ ਜਿਉਂ ਬ੍ਰਾਹਮਣ ਕੀ ਜਾਤ ਮੈਂ ਜਾਤ ਮੈਂ ਜਾਤ। ਇਹਨੂੰ ਕਿਸੇ ਹੋਰ ਲਹਿਜੇ ਵਿੱਚ ਨਾ ਲੈ ਲਿਓ, ਕਿਉਂਕਿ ਇਹ ਤਾਂ ਇੱਕ ਸਮਝਾਉਣ ਲਈ ਹੈ ਵੀ ਜਿਹੜਾ ਸਾਡਾ ਇਹ ਮਹਾਜਨ ਜਮਾਤ ਹੁੰਦੀ ਉਹਦੇ ਵਿੱਚ ਜਿਵੇਂ ਫਰਜ਼ ਕਰੋ ਬ੍ਰਾਹਮਣ, ਉਹਨਾਂ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਵੀ ਹੈਗੇ ਸੀ। ਉਹ ਆਪਣੇ ਆਪ ਨੂੰ ਸ਼ਰਮੇ ਵੀ ਕਹਿੰਦੇ ਸੀ ਤੇ ਫਿਰ ਅੱਗੇ ਉਹਨਾਂ ਦੇ ਆਪਣੇ ਕੌਸ਼ਿਕ ਸੀ, ਜੋਸ਼ੀ ਸੀ, ਤੇ ਫਿਰ ਉਹਨਾਂ ਦੇ ਅੱਗੇ ਸਾਰਸੁੱਤ ਜਾਂ ਉਹਨਾਂ ਦਾ ਅੱਗੇ ਫਿਰ ਗੌੜ ਬ੍ਰਾਹਮਣ, ਇੱਦਾਂ ਦਾ ਉਹ ਬੜੀਆਂ ਬ੍ਰਾਂਚਾਂ ਹੁੰਦੀਆਂ ਨੇ। ਤੇ ਗੱਲਾਂ ਵੀ ਫਿਰ ਉਸੇ ਤਰ੍ਹਾਂ ਗੱਲਾਂ ਵਿੱਚੋਂ ਗੱਲਾਂ ਨਿਕਲਣੀਆਂ, ਕਰਦੇ ਜਾਣਾ ਆਪਣੇ ਜੀਵਨ ਦੇ ਬਾਰੇ। ਤੇ ਆਪਾਂ ਗੱਲ ਸ਼ੁਰੂ ਕਰੀਏ ਤੇ ਜਿਹੜਾ ਜੀਵਨ ਸੀ ਮੁੱਢਲਾ, ਉਹ ਛੋਟੇ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਲਗਭਗ ਇੱਕੋ ਜਿਹਾ ਹੀ ਹੁੰਦਾ। ਕੋਈ ਬਹੁਤਾ ਫਰਕ ਨਹੀਂ ਹੁੰਦਾ। ਜੇ ਆਪਾਂ ਦੇਖੀਏ ਉਹ ਸਾਡੇ ਬਾਪੂ ਜੀ ਇਕੱਲੇ ਸੀ ਖੇਤੀ ਦੇ ਵਿੱਚ, ਦੂਜੇ ਭਰਾਵਾਂ ਨਾਲੋਂ ਅਲੱਗ ਸੀ। ਤੇ ਮੈਂ ਘਰ ਦੇ ਵਿੱਚ ਵੱਡਾ ਸੀ ਤੇ ਜਿੰਨਾ ਕਿ ਮੈਨੂੰ ਯਾਦ ਹੈ, ਮੈਂ 4 ਸਾਲ ਦਾ ਹੋਊਂਗਾ ਜਦੋਂ ਉਹ ਮੈਨੂੰ ਨਾਲ ਤੜਕੇ ਲੈ ਗਏ। ਪੋਹ ਦਾ ਮਹੀਨਾ ਸੀ, ਕਣਕ ਨੂੰ ਪਹਿਲਾ ਪਾਣੀ ਲਾਉਣਾ ਸੀ ਤੇ ਉਹ ਉਦੋਂ ਖੂਹ ਚੱਲਦੇ ਹੁੰਦੇ ਸੀ। ਤੇ ਉਹਨਾਂ ਨੇ ਮੈਨੂੰ ਜਿਹੜਾ ਹੈਗਾ ਸੀ ਉਹਦੀ ਖੇਸੀ ਦੀ ਝੁੰਬੀ ਮਾਰ ਕੇ, ਉੱਥੇ ਮੱਕੀ ਦਾ ਮੁਹਾਰਾ ਸੀ ਜਿੱਥੇ ਮਤਲਬ ਖਾਲੀ ਬੰਦ ਮੱਕੀ ਦੇ ਉਹਨੂੰ ਕਹਿੰਦੇ ਸੀ, ਖਾਲੀ ਭਰੀਆਂ, ਉਹ
ਉਹ ਇਕੱਠੇ ਕੀਤੇ ਪਏ ਸੀ ਉਹਨਾਂ ਦਾ, ਉਹਦੇ ਵਿੱਚ ਨੂੰ ਇੱਕ ਘੁਰਨਾ ਜਿਹਾ ਬਣਾ ਕੇ ਮੈਨੂੰ ਬਿਠਾ ਦਿੱਤਾ ਕਿ ਜਦੋਂ ਮੈਂ ਨੱਕਾ ਛੱਡਣ ਜਾਊਂਗਾ ਤੇ ਤੂੰ ਆ ਕੇ ਜਿਹੜੇ ਬੌਲਦ ਨੇ ਉਹ ਹੱਕਣੇ ਨੇ। ਬੌਲਦ ਕਹਿੰਦੇ ਸੀ ਸਾਡੇ ਇਲਾਕੇ 'ਚ ਬਲਦ। ਤੇ ਮੈਨੂੰ ਫਿਰ ਉਹ ਜਦੋਂ ਨੱਕਾ ਛੱਡਣ ਜਾਂਦੇ ਤੇ ਮੈਨੂੰ ਬਲਦਾਂ ਦੇ ਪਿੱਛੇ ਲਾ ਜਾਂਦੇ। ਉਹ ਥੋੜਾ ਹੁਣ 4 ਸਾਲ ਦਾ ਹੂੰ, ਅਜੇ ਪੜ੍ਹਨ ਨਹੀਂ ਸੀ ਲੱਗਿਆ। ਤੇ ਫਿਰ ਜਦੋਂ ਮੈਂ ਥੋੜਾ ਦਿਨ ਚੜ੍ਹੇ, ਥੋੜਾ ਜਿਹਾ ਹੋਇਆ ਟਾਈਮ ਜਦੋਂ ਵੱਧ, ਤੇ ਮੈਂ ਉਹ ਰੋਣ ਲੱਗ ਪਿਆ। ਤੇ ਉਹਨਾਂ ਨੇ ਨਾ ਮੈਨੂੰ ਉੱਥੋਂ ਮੱਕੀ ਦੇ ਇੱਕ ਟਾਂਡਾ ਛਿੱਲ ਕੇ ਉਸ ਦਾ ਜਿਹੜਾ ਉੱਪਰਲਾ ਛਿਲਕਾ ਤੇ ਉਹਦੇ ਨਾਲ ਉਹਦੇ ਵਿੱਚ ਗੱਡ ਕੇ ਉਹ ਇੱਕ ਜਿਹੜਾ ਹੈ ਉਹਨੂੰ ਪਿਸਤੌਲ ਬਣਾਤਾ, ਉਹਦਾ ਹੀ ਰੌਂਦ ਬਣਾ ਦਿੱਤਾ। ਤੇ ਮੈਨੂੰ ਖੇਲੇ ਪਾਇਆ ਕਿ ਲੈ ਦੇਖ ਆ ਰੌਂਦ ਚਲਾ ਦੂੰ। ਉਹਨੂੰ ਮੂਹਰੇ ਲਾ ਕੇ ਉਹਦੇ ਨਾਲ ਉਹ ਡੱਕੇ ਜੇ ਨਾਲ ਧੱਕ ਜੀ ਵੱਜਦੀ ਸੀ। ਤੇ ਇਸ ਤਰ੍ਹਾਂ ਬਾਅਦ ਦੇ ਵਿੱਚ ਸਾਡੇ ਬੀਬੀ ਜੀ ਨੇ, ਮਤਲਬ ਉਹਨੇ ਆ ਜਾਣਾ ਸੀ ਬਾਅਦ ਦੇ ਵਿੱਚ, ਜਾਂ ਸ਼ਾਇਦ ਕਿਸੇ ਪਿੰਡ ਦੇ ਵਿੱਚੋਂ ਕੋਈ ਮਜ਼ਦੂਰ ਜਿਹਨੂੰ ਦਿਹਾੜੀਆ ਕਹਿੰਦੇ ਸੀ, ਉਹਨੇ ਆ ਜਾਣਾ ਸੀ ਦਿਨ ਚੜ੍ਹੇ। ਤੇ ਇੱਦਾਂ ਦਾ ਜੀਵਨ, ਮਤਲਬ ਖੇਤੀ ਦੇ ਵਿੱਚ ਮੈਨੂੰ 4 ਸਾਲ ਦੇ ਨੂੰ ਹੀ ਇਹ ਇਸ ਤਰ੍ਹਾਂ ਉਹਨਾਂ ਦੇ ਨਾਲ ਮੈਂ ਲੱਗ ਗਿਆ। ਤੇ ਫਰਜ਼ ਕਰੋ ਫਿਰ ਜੇ ਹੁਣ ਪ੍ਰਾਇਮਰੀ ਸਕੂਲ ਦੇ ਪਿੰਡ ਦੇ ਵਿੱਚ ਸਕੂਲ ਸੀ ਤੇ ਸਕੂਲ ਦੇ ਵਿੱਚੋਂ ਵੀ ਘਰਦਿਆਂ ਨੇ ਕਹਿਣਾ ਕਿ ਪਹਿਲਾਂ ਬਸਤਾ ਸਕੂਲ 'ਚ ਰੱਖਿਆ, ਉਹ ਹਾਜ਼ਰੀ ਲੱਗ ਜੂਗੀ ਤੇ ਜਾ ਕੇ ਰੋਟੀ ਦੇ ਕੇ ਆਓ ਸੁਬਾਹ, ਹਾਜ਼ਰੀ ਵਕਤ ਦੀ ਰੋਟੀ ਹਾਜ਼ਰੀ ਦੀ। ਤੇ ਫਿਰ ਇਹ ਹੁੰਦਾ ਸੀ ਕਿ ਸਕੂਲ ਤੋਂ ਬਾਅਦ ਬਸਤਾ ਘਰ ਰੱਖੋ, ਚਾਹ ਪਾਣੀ ਪੀਓ ਤੇ ਤੁਰੰਤ ਸਿੱਧੇ ਖੂਹ ਦੇ ਉੱਤੇ ਭੱਜ ਕੇ ਆ ਜਾਓ। ਇੱਦਾਂ ਦਾ ਜਿਹੜਾ ਇਹ ਜੀਵਨ ਸੀ, ਮਤਲਬ ਸਕੂਲ ਦੇ ਵਿੱਚੋਂ ਫਰਜ਼ ਕਰੋ ਉਹਨੇ ਕੋਈ ਛੋਟਾ ਮੋਟਾ ਕੰਮ ਕਰਨਾ, ਜਿਵੇਂ ਗੰਢੇ ਲਾਉਣੇ ਨੇ, ਉਹਨਾਂ ਨੂੰ ਕਹਿੰਦੇ ਸੀ ਪਾਣੀ ਦੇਣਾ ਹੈਗਾ, ਤੇ ਸਕੂਲ ਤੋਂ ਸਾਡੇ ਮਾਸਟਰ ਜੀ ਤੋਂ ਮੈਨੂੰ ਛੁੱਟੀ ਦਵਾ ਲੈਂਦੇ ਸੀ ਸ਼ਾਮ ਦੇ ਟਾਈਮ 2 ਘੰਟੇ, ਚਲੋ ਬਈ ਇਹ ਬਹੁਤ ਹੱਕ ਦੂਗਾ। ਫਿਰ ਇਹ ਜਿਹੜਾ ਜੀਵਨ ਖੇਤੀ ਦਾ ਇੱਦਾਂ ਦਾ ਤਜਰਬਾ, ਹੁਣ ਉਹਨਾਂ ਦੇ ਨਾਲ ਉਹਨਾਂ ਨੂੰ ਲੋੜ ਪੈਂਦੀ ਸੀ ਹਮੇਸ਼ਾ ਹੀ ਹਰ ਕੰਮ ਦੇ ਲਈ, ਤਾਂ ਛੋਟੇ ਮੋਟੇ ਕੰਮਾਂ ਲਈ ਤਾਂ ਕੋਈ ਮਜ਼ਦੂਰ ਨਹੀਂ ਸੀ ਰੱਖਿਆ ਜਾ ਸਕਦਾ। ਤੇ ਜਾਂ ਤਾਂ ਸਾਡੇ ਬੀਬੀ ਜਾ ਕੇ ਉੱਥੇ ਕੰਮ ਕਰਾਉਂਦੇ ਸੀ। ਉਦੋਂ ਸਾਰੀਆਂ ਹੀ ਮਾਈਆਂ ਪਿੰਡ ਦੀਆਂ ਜਿਹੜੀਆਂ ਹੁੰਦੀਆਂ ਸੀ ਉਹ ਨਾਲ ਖੇਤਾਂ ਦੇ ਵਿੱਚ ਕੰਮ ਕਰਾਉਂਦੀਆਂ ਸੀ। ਅੱਛਾ, ਫਿਰ ਜੋ ਸਕੂਲ ਟਾਈਮ ਤੋਂ ਬਾਅਦ ਇਦਾਂ ਚੱਲਦਾ ਸੀ। ਫਿਰ ਕਾਲਜ ਸੀ ਸਾਤੋਂ ਨੇੜੇ, ਖੰਨਾ ਕਾਲਜ, ਤੇ ਉੱਥੇ ਕਾਲਜ ਦੇ ਵਿੱਚ ਦਾਖਲ ਹੋਏ। ਤੇ ਉੱਥੇ ਵੀ ਇਹੀ ਸੀ ਕਿ ਸਵੇਰ ਉਦੋਂ ਇਹ ਜੀਰੀ ਜਿਹੜੀ ਹੈ, ਜਿਹਨੂੰ ਆਪਣੇ ਕਈ ਜਗ੍ਹਾ ਤੇ ਇਸ ਨੂੰ ਝੋਨਾ ਕਹਿੰਦੇ ਨੇ ਆਪਣੇ ਆਮ, ਤੇ ਸਾਡੇ ਇਲਾਕੇ ਜੀਰੀ ਕਹਿੰਦੇ ਨੇ। ਤੇ ਉਹ ਲਾਉਣ ਦਾ ਹਾਲੇ ਆਰੰਭ ਨਹੀਂ ਸੀ ਹੋਇਆ। ਤੇ ਉਦੋਂ ਮੂੰਗਫਲੀ ਹੁੰਦੀ ਸੀ, ਮੱਕੀ ਹੁੰਦੀ ਸੀ, ਇਹ ਫਸਲਾਂ ਹੁੰਦੀ ਸੀ ਸਾਉਣੀ ਦੀਆਂ, ਜਦੋਂ ਕਾਲਜਾਂ 'ਚ ਦਾਖਲਾ ਹੁੰਦਾ ਸੀ। ਤੇ ਉਹ ਸਵੇਰੇ 2-3 ਘੰਟੇ ਕਾਲਜ ਦੇ ਲੱਗਣ ਤੋਂ ਪਹਿਲਾਂ ਉੱਥੇ ਉਹ ਗੁਡਾਈ ਕਰਵਾ ਕੇ ਜਾਣਾ ਨਾਲ। ਤੇ ਉਹ ਬੜਾ ਤਜਰਬਾ ਮੇਰੇ ਯਾਦ ਹੈ ਵੀ ਬਾਹਾਂ ਦੇ ਉੱਤੇ ਜਿਹੜਾ ਬਰੀਕ ਮੱਛਰ ਲੜਦਾ ਹੁੰਦਾ ਸੀ ਸਵੇਰੇ ਜਦੋਂ ਬਰਸਾਤ ਦੇ ਮੌਸਮ ਦੇ ਵਿੱਚ, ਤੇ ਉਹਨੂੰ ਕੁਤੜੀ ਕਹਿੰਦੇ ਸੀ, ਬਰੀਕ ਮੱਛਰ ਨੂੰ। ਇਸੇ ਤਰ੍ਹਾਂ ਫਿਰ ਜੇ ਕਦੇ ਕਮਾਦ ਗੁੱਡਣਾ, ਉਹਦੇ ਫਿਰ ਪੱਛ ਲੜਦੇ ਹੁੰਦੇ ਸੀ, ਜਿਹੜੇ ਉਹਦੇ ਪੱਤੇ ਸੀ ਨਾ ਉਹ ਬਾਹਾਂ ਦੇ ਉੱਤੇ ਜਦੋਂ ਚੁਭਦੇ ਸੀ ਤੇ ਉਹ ਉਸ ਟਾਈਮ ਤੱਕ ਘੱਟ ਲੜਦੇ ਸੀ। ਜਦੋਂ ਬਾਅਦ ਦੇ ਵਿੱਚ ਨਹਾਉਣ ਵੇਲੇ ਜਾਂ ਬਾਅਦ ਤੇਲ ਲਾਉਣ ਵੇਲੇ ਫਿਰ ਉਹ ਬਹੁਤ ਲੜਦੇ ਸੀ, ਉਹਨਾਂ ਦੇ ਪੱਛ ਲੜਦੇ ਨੇ। ਇਸੇ ਤਰ੍ਹਾਂ ਫਿਰ ਪੜ੍ਹਾਈ ਦੇ ਨਾਲ ਨਾਲ ਕਣਕ ਦਾ ਸੀਜ਼ਨ ਹੋਣਾ, ਜਦੋਂ ਕਣਕ ਵਢਾਉਣੀ ਵੀ ਨਾਲ। ਤੇ ਫਿਰ ਉਸ ਨੂੰ ਜਿਹੜਾ ਮੈਨੂੰ ਤਾਂ ਬਚਪਨ ਦੇ ਵਿੱਚ ਜਦੋਂ ਪ੍ਰਾਇਮਰੀ ਸਕੂਲ ਤੋਂ ਵੀ ਥੋੜ੍ਹੀ ਜਿਹੀ ਯਾਦ ਹੈ ਕਿ ਮੈਂ ਜਿਹੜੀ ਉਹ ਗਹਾਈ ਹੁੰਦੀ ਸੀ, ਥੋੜ੍ਹਾ ਚਿਰ ਮੈਂ ਉਹ ਵੀ ਪੈੜੀ ਦੇ ਲਈ ਬਲਦ ਹੱਕੇ ਨੇ। ਤੇ ਫਿਰ ਜਦੋਂ ਇਹ ਟੋਕਾ ਮਸ਼ੀਨਾਂ ਆ ਗਈਆਂ, ਫਿਰ ਉਹਦੇ ਵਿੱਚ ਵੀ ਨਾਲ ਜਿਹੜੀਆਂ ਭਰੀਆਂ ਚੱਕਣੀਆਂ ਜਾਂ ਨਾਲ ਉੱਥੇ ਰੁੱਗ ਲਾਉਣ ਦਾ ਕੰਮ। ਤੇ ਅਖੀਰ ਤੱਕ ਮੈਨੂੰ ਯਾਦ ਹੈ 1978-79 ਤੱਕ, ਜਦੋਂ ਤੱਕ ਮੈਨੂੰ ਜੌਬ ਦੇ ਉੱਤੇ ਮੈਂ ਨਹੀਂ ਲੱਗਿਆ ਤੇ ਮੇਰੇ ਜਿਹੜੇ ਭਰਾ ਸੀ ਛੋਟੇ ਉਹ ਵੱਡੇ ਨਹੀਂ ਹੋਏ। ਤੇ ਉਹ 78-79 ਤਾਂ ਫਿਰ ਉਹਨਾਂ ਨੇ ਕੰਮ ਸੰਭਾਲ ਲਿਆ, ਉਹ ਉਹਨਾਂ ਦੇ ਨਾਲ ਪੂਰਾ ਕੰਮ ਕਰਨ ਲੱਗੇ। ਤੇ ਮੈਨੂੰ ਫਿਰ ਕੁਛ ਉਹਦੇ ਵਿੱਚੋਂ ਛੁਟਕਾਰਾ ਮਿਲ ਗਿਆ ਤੇ ਕੁਝ ਵੀ ਮੈਂ ਉਹਦੇ ਕੋਲੋਂ ਟਲਣ ਵੀ ਲੱਗ ਗਿਆ। ਇਸ ਤਰ੍ਹਾਂ ਦਾ ਜੀਵਨ ਸੀ ਜਿਹਦੇ ਵਿੱਚ ਮੈਂ ਇਕੱਲਾ ਹੀ ਨਹੀਂ ਸੀ। ਜਿਹੜੇ ਫਿਰ BA ਕਰਨ ਤੋਂ ਮਗਰੋਂ ਵੀ ਅਸੀਂ
ਮੇਰੇ ਪਿੰਡੋਂ ਜਿਹੜੇ ਮੇਰੇ ਸਾਥੀ ਸੀ ਜ਼ਿਆਦਾ ਜਿਹੜੇ ਪੜ੍ਹੇ ਨੇ ਉਹ ਦਲਿਤ ਬਰਾਦਰੀ ਦੇ ਵਿੱਚੋਂ ਸੀ ਤੇ ਮੇਰੇ ਮਿੱਤਰ ਵੀ ਸੀ ਤੇ ਮੈਂ ਵੀ ਨਾਲ ਉਹਨਾਂ ਦੇ ਘਰ ਆਪਣੇ ਘਰਦਿਆਂ ਨਾਲ ਉੱਥੇ ਖੇਤੀ ਦਾ ਕੰਮ ਕਰਵਾਉਣਾ ਤੇ ਉਹਨਾਂ ਨੇ ਵੀ ਇੱਕ ਦੋ ਬੰਦਿਆਂ ਨੇ ਉਦਾਂ ਉਹ ਮਜ਼ਦੂਰ ਦੇ ਤੌਰ ਤੇ ਕੰਮ ਕਰਨਾ। ਉਹਨਾਂ ਨੂੰ ਉੱਥੋਂ ਹੀ ਖੇਤਾਂ ਵਿੱਚ ਸਾਡੇ ਕੰਮ ਕਰਦਿਆਂ ਨੂੰ ਚਿੱਠੀਆਂ ਆਈਆਂ ਸੀ ਜੌਬ ਦੀਆਂ। ਤੇ ਜਿਹੜੀ ਮੇਰੀ ਜੌਬ ਵਾਲਾ ਕੰਮ ਸੀ ਫਿਰ ਮੈਂ BA ਤੋਂ ਬਾਅਦ MA ਜਿਹੜੀ ਸ਼ੁਰੂ ਕਰ ਲਈ ਤੇ ਲੁਧਿਆਣੇ ਜਾਣਾ ਪਿਆ, ਗਵਰਨਮੈਂਟ ਕਾਲਜ ਲੁਧਿਆਣੇ। ਮੈਨੂੰ ਅਵਤਾਰ ਸਿੰਘ ਬਲਿੰਗ ਬਾਬਤ ਕੁਝ ਕਹਿਣ ਲਈ ਕਿਹਾ ਗਿਆ। ਇਹ ਕੰਮ ਜਿੰਨਾ ਸੌਖਾ ਉਨਾ ਔਖਾ ਵੀ ਹੈ। ਅੱਜ ਤੋਂ 45-46 ਸਾਲ ਪਹਿਲਾਂ ਉਹ ਅੰਗਰੇਜ਼ੀ MA ਵਿੱਚ ਮੇਰਾ ਵਿਦਿਆਰਥੀ ਸੀ। ਮੇਰੇ ਨਾਲ ਤਾਂ ਖੈਰ ਉਸ ਦਾ ਰਿਸ਼ਤਾ ਉਸਤਾਦ ਅਤੇ ਸ਼ਾਗਿਰਦ ਵਾਲਾ ਹੀ ਸੀ, ਪਰ ਉਸ ਵਕਤ ਕਾਲਜ ਦੇ ਵਿੱਚ ਸੁਰਿੰਦਰ ਸਿੰਘ ਨਰੂਲਾ ਵੀ ਪੜ੍ਹਾਉਂਦੇ ਸਨ, ਜਿਹੜੇ ਕਿ ਪੰਜਾਬੀ ਦੇ ਬੜੇ ਪ੍ਰਸਿੱਧ ਨਾਵਲਕਾਰ ਹਨ। ਉਹਨਾਂ ਦੇ ਨਾਲ ਅਵਤਾਰ ਦਾ ਜ਼ਿਆਦਾ ਸਨੇਹ ਸੀ ਔਰ ਮੈਨੂੰ ਅਨੁਮਾਨ ਹੈ ਕਿ ਜੋ ਨਾਵਲ ਲਿਖਣ ਦੀ ਉਸਨੇ ਇਹ ਲਈ ਅਖਤਿਆਰ ਕੀਤੀ, ਉਹ ਨਰੂਲਾ ਸਾਹਿਬ ਦੇ ਪ੍ਰਭਾਵ ਕਰਕੇ ਹੀ ਸੀ ਔਰ ਇਹ ਪ੍ਰਭਾਵ ਬਹੁਤ ਮੁਬਾਰਕ ਸਿੱਧ ਹੋਇਆ। ਅਵਤਾਰ ਉਸ ਵਕਤ ਆਪ ਦੇ ਪਿੰਡ ਤੋਂ ਰੋਜ਼ ਰੇਲ ਰਾਹੀਂ ਆਇਆ ਕਰਦਾ ਸੀ ਔਰ ਉਸ ਦਾ ਪਿੰਡ ਉਸ ਪੰਜਾਬ ਦੇ ਉਸ ਇਲਾਕੇ ਵਿੱਚ ਹੈ ਜਿਸ ਨੂੰ ਕਿ ਢਾਹਾ ਕਿਹਾ ਜਾਂਦਾ ਔਰ ਇਸ ਨੂੰ ਬੜੇ ਹੋਣਹਾਰ ਅਤੇ ਪ੍ਰਬਲ ਢੰਗ ਦੇ ਨਾਲ ਪੇਸ਼ ਵੀ ਕੀਤਾ, ਜਿਸ ਦੀ ਪੇਸ਼ਕਾਰੀ ਨਿਰੰਜਨ ਮਸ਼ਾਲਚੀ ਤੋਂ ਲੱਗ ਕੇ ਖੇੜੇ ਸੁੱਖ ਵਿਹੜੇ ਸੁੱਖ ਰਾਹੀਂ ਹੁੰਦੀ ਹੋਈ ਹੁਣ ਜਿਹੜਾ ਉਸ ਦਾ ਖਾਲੀ ਖੂਹਾਂ ਨਾਵਲ ਹੈ, ਜਿਸ ਨੂੰ ਕਿ ਕੈਨੇਡਾ ਦਾ ਬੜਾ ਵੱਡਾ ਪੁਰਸਕਾਰ ਵੀ ਮਿਲਿਆ ਔਰ ਰਿਜ਼ਕ ਜਿਹੜਾ ਕਿ ਉਸ ਦਾ ਲੇਟੈਸਟ ਨਾਵਲ ਹੈ ਉਸ ਦੇ ਵਿੱਚ ਪੇਸ਼ ਹੁੰਦਾ ਚਲਿਆ ਗਿਆ। ਇਸ ਨਾਵਲਕਾਰੀ ਦੇ ਵਿੱਚ ਇੱਕ ਖਾਸ ਕਿਸਮ ਦੀ ਤਬਦੀਲੀ ਵੀ ਆਉਂਦੀ ਗਈ ਹੈ ਅਤੇ ਖਾਸ ਕਿਸਮ ਦੀ ਇਕਸਾਰਤਾ ਵੀ ਹੈ। ਤਬਦੀਲੀ ਇਸ ਤਰ੍ਹਾਂ ਦੀ ਕਿ ਇਹਨਾਂ ਦੇ ਵਿੱਚ ਦੁਹਰਾਓ ਕੋਈ ਨਹੀਂ ਔਰ ਇਕਸਾਰਤਾ ਇਸ ਤਰ੍ਹਾਂ ਦੀ ਹੈ ਕਿ ਇਸ ਢਾਹੇ ਦੇ ਜੀਵਨ ਦੇ ਵਿੱਚ ਜਿਸ ਤਰ੍ਹਾਂ ਦੀਆਂ ਸਹਿਜ ਭਾਵੀ ਆਰਥਿਕ ਸਮਾਜਿਕ ਤਬਦੀਲੀਆਂ ਆਉਂਦੀਆਂ ਗਈਆਂ, ਉਹਨਾਂ ਨੂੰ ਅਵਤਾਰ ਨੇ ਬੜੀ ਸੰਵੇਦਨਾ ਦੇ ਨਾਲ ਆਪਣੀ ਨਾਵਲਕਾਰੀ ਦੇ ਵਿੱਚ ਪੇਸ਼ ਕੀਤਾ। ਉਸ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਜੀਵਨ ਹੈ ਉਹ ਪਣਪੇਗਾ, ਪ੍ਰਫੁੱਲਤ ਹੋਵੇਗਾ ਔਰ ਕਿਸ ਤਰ੍ਹਾਂ ਦੀ ਬੋਲੀ, ਕਿਸ ਤਰ੍ਹਾਂ ਦਾ ਸਹਿਚਾਰ ਇੱਥੇ ਵਿਕਸਿਤ ਹੋਵੇਗਾ। ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਅਵਤਾਰ ਨੂੰ ਬਹੁਤ ਹੀ ਭਾਵੁਕ ਹੀ ਨਹੀਂ ਕਰਦੀਆਂ, ਬੇਚੈਨ ਵੀ ਕਰਦੀਆਂ ਨੇ ਔਰ ਉਹ ਇਹਨਾਂ ਨੂੰ ਪੇਸ਼ ਕਰਨ ਦੀ ਬੜੀ ਕਾਮਨਾ ਵੀ ਕਰਦਾ। ਪਰ ਮੇਰੇ ਖਿਆਲ ਦੇ ਵਿੱਚ ਇਹਨਾਂ ਦੀ ਪੇਸ਼ਕਾਰੀ ਦੀ ਖਾਤਰ ਹੋਰ ਜਿਹੜੀਆਂ ਯੁਗਤਾਂ ਨੇ ਉਹਨਾਂ ਦੀ ਬੜੀ ਲੋੜ ਪਵੇਗੀ ਔਰ ਉਹਨਾਂ ਯੁਗਤਾਂ ਦੀ ਨੂੰ ਗ੍ਰਹਿਣ ਕਰਨ ਦੇ ਵਿੱਚ ਵੀ ਉਹ ਬੜਾ ਕਰਮਸ਼ੀਲ ਰਹਿੰਦਾ ਔਰ ਇੱਥੇ ਮੈਨੂੰ ਇਹ ਕਹਿਣ ਦੇ ਵਿੱਚ ਫਖਰ ਮਹਿਸੂਸ ਹੁੰਦਾ ਕਿ ਮੈਂ ਉਸ ਦੀ ਸਹਾਇਤਾ ਕਰਨ ਦੇ ਵਿੱਚ ਵੀ ਕੁਝ ਹੱਦ ਤੱਕ ਆਪਣਾ ਹਿੱਸਾ ਪਾ ਰਿਹਾ ਹਾਂ। ਮਿਸਾਲ ਦੇ ਤੌਰ 'ਤੇ ਲਾਤੀਨੀ ਨਾਵਲਕਾਰਾਂ ਦੇ ਵਿੱਚ ਉਸ ਦੀ ਦਿਲਚਸਪੀ ਨੂੰ
ਬਣਾਉਣ ਦੇ ਵਿੱਚ ਮੇਰਾ ਥੋੜ੍ਹਾ ਬਹੁਤ ਹੱਥ ਹੈ। ਤੇ ਉਹ ਐਮਏ ਕਰਨ ਤੋਂ ਮਗਰੋਂ ਵੀ ਮੈਨੂੰ ਜੌਬ ਵਾਲਾ ਜਿਹੜਾ ਸੀ ਉਹ ਪਿੱਛੇ ਪੈਂਦਾ ਗਿਆ। ਉਸ ਦੇ ਵਿੱਚ ਕੀ ਹੋਇਆ ਕਿ ਮੇਰੀ ਜਿਹੜੀ ਡਿਵੀਜ਼ਨ ਸੀ ਉਦੋਂ ਸੈਕੰਡ ਕਲਾਸ ਬੜੀ ਔਖੀ ਆਉਂਦੀ ਸੀ। ਅਸੀਂ ਖੰਨੇ ਤੋਂ, ਮੈਂ ਪਿੰਡੋਂ ਸਾਈਕਲ ਤੇ ਜਾਂਦਾ ਸੀ ਸਟੇਸ਼ਨ ਤੱਕ, ਉੱਥੋਂ ਮੇਰੇ ਨਾਲ ਇੱਕ ਮਿੱਤਰ ਹੁੰਦੇ ਸੀ ਸਰਦਾਰ ਅਮਰੀਕ ਸਿੰਘ ਵਿਰਕ, ਤੇ ਅਸੀਂ ਉੱਥੋਂ ਅੱਗੇ ਟ੍ਰੇਨ ਰਾਹੀਂ ਜਾਂਦੇ ਹੁੰਦੇ ਸੀ। ਥੋੜਾ ਟਾਈਮ ਹੋਸਟਲ 'ਚ ਵੀ ਰਹੇ, ਹੋਸਟਲ 'ਚ ਨਹੀਂ, ਇੱਕ ਹੋਰ ਬਾਹਰ ਕਮਰੇ ਦੇ ਵਿੱਚ ਰਹੇ। ਤੇ ਉਹਦੇ ਵਿੱਚ ਜਦੋਂ ਸਵੇਰੇ ਪਹਿਲਾਂ ਤੜਕੇ ਉੱਠ ਕੇ ਜਾਣਾ ਤੇ ਫਿਰ ਉਹ ਟ੍ਰੇਨ ਫੜਨੀ, ਤੇ ਸਾਡਾ ਜਿਹੜਾ ਕਾਲਜ ਸੀ ਐਮਏ ਪਾਰਟ 1 ਦੇ ਵਿੱਚ ਉਹ ਲੱਗਦਾ ਸੀ ਜਾ ਕੇ ਦੁਪਹਿਰ ਨੂੰ 12:20 ਤੇ ਸ਼ਾਮ ਨੂੰ 5 ਵਜੇ ਵਿਹਲੇ ਹੁੰਦੇ ਸੀ। ਫਿਰ ਟ੍ਰੇਨ ਰਾਹੀਂ ਆਉਣਾ, ਰਾਤ ਨੂੰ ਹਨੇਰਾ ਹੋ ਜਾਣਾ। ਅਗਲੇ ਸਾਲ ਫਿਰ ਸਵੇਰੇ ਸ਼ੁਰੂ ਹੋ ਗਿਆ, ਕੁਝ ਪੈਦਾ ਹੋ ਗਿਆ ਕਿ ਦੁਪਹਿਰ ਨੂੰ ਮੁੜੇ ਆਉਂਦੇ ਸੀ। ਇੱਦਾਂ ਦਾ ਫਿਰ ਉਸ ਦੇ ਜੀਵਨ ਦੇ ਵਿੱਚ ਵੀ ਜਿਹੜਾ ਸੀਜ਼ਨਲ ਕੰਮ ਸੀ ਖੇਤੀ ਦਾ ਉਹ ਵੀ ਨਾਲ ਕਰਾਉਣਾ, ਤੇ ਨਾਲ ਸਾਨੂੰ ਸਾਡੇ ਉੱਥੇ ਜਿਹੜੇ ਪ੍ਰੋਫੈਸਰ ਹੁੰਦੇ ਸੀ ਉਹਨਾਂ ਨੇ ਮਜ਼ਾਕ ਕਰਨਾ। ਇੱਕ ਪ੍ਰੋਫੈਸਰ ਸਾਡੇ ਮਜ਼ਾਕੀਆ ਸੀ, ਮਿਸਟਰ ਮੋਹਨ ਸਰੂਪ, ਉਹਨਾਂ ਨੇ ਕਹਿਣਾ ਜਿਹੜੇ ਟ੍ਰੇਨ ਰਾਹੀਂ ਆਉਂਦੇ ਹੋ ਤੁਸੀਂ ਭੁੱਲ ਜਾਓ ਐਮਏ ਕਰਨ ਨੂੰ, ਤੁਹਾਡੇ ਕੋਲੋਂ ਨਹੀਂ ਐਮਏ ਹੋਣੀ, ਤੁਸੀਂ ਚੁੱਪ ਕਰਕੇ ਆਪਣਾ ਗੱਡੀਆਂ ਦੀਆਂ ਸੈਰਾਂ ਕਰਿਆ ਕਰੋ। ਖੈਰ ਉਹ ਪਹਿਲੇ ਸਾਲ ਦੇ ਵਿੱਚ ਤਾਂ ਉਹਨਾਂ ਦੇ ਤਾਂ ਮੇਰੇ ਸਾਥੀ ਦੇ ਤਾਂ 187 ਕੁ ਨੰਬਰ ਆਏ, ਤੇ ਮੇਰੇ 200 ਦੇ ਵਿੱਚ ਜਿਹੜੇ ਹੈਗੇ 400 ਦੇ ਵਿੱਚੋਂ 199 ਆਏ। ਡਿਵੀਜ਼ਨ 200 ਉੱਤੇ ਬਣਦੀ ਸੀ। ਤੇ ਅਗਲੇ ਸਾਲ ਮਿਹਨਤ ਕੀਤੀ, ਪਰ ਉਹ ਮੇਰੇ ਜਿਹੜੇ ਮਿੱਤਰ ਸੀ ਉਹ ਤਾਂ 400 ਨੰਬਰਾਂ ਦੇ ਨਾਲ ਸੈਕੰਡ ਕਲਾਸ ਬਣਾ ਗਏ, ਤੇ ਮੇਰੀ ਵਾਰੀ ਫੇਰ ਉਹੀ 1 ਨੰਬਰ ਦੇ ਉੱਤੇ ਮੇਰੇ 391 ਨੰਬਰ ਆਏ। 8 ਨੰਬਰ ਜੇ 92 ਹੁੰਦੇ ਤਾਂ 400 ਹੋ ਜਾਣੇ ਸੀ, ਤੇ ਜਿਵੇਂ ਉਹਨਾਂ ਦੇ ਆਏ ਸੀ, ਤੇ ਫਿਰ ਮੇਰੀ ਡਿਵੀਜ਼ਨ ਸੈਕੰਡ ਹੋ ਜਾਣੀ ਸੀ। ਸੈਕੰਡ ਡਿਵੀਜ਼ਨ ਉਦੋਂ ਕਾਲਜ ਲੈਕਚਰਰ ਲਈ +B ਕੈਰੀਅਰ ਉਸ ਨੂੰ ਕਹਿੰਦੇ ਸੀ ਕਿ ਥਰੂ ਆਊਟ ਤੁਹਾਡੀ ਸੈਕੰਡ ਕਲਾਸ ਹੋਵੇ, ਉਹ ਆ ਜਾਣੀ ਸੀ। ਪਰ ਮੈਨੂੰ ਅਗਲਾ ਸਾਲ ਫਿਰ ਉਹ ਇੱਕ ਨੰਬਰ ਪਿੱਛੇ ਇੰਪਰੂਵ ਕਰਨਾ ਪਿਆ। ਫਿਰ ਮੈਨੂੰ ਅਗਲੇ ਸਾਲ ਸੈਕੰਡ ਕਲਾਸ ਲਈ, ਤੇ ਫਿਰ ਪਰ ਉਹ ਤਾਂ ਨੇੜੇ ਦੇ ਕਾਲਜ ਦੇ ਵਿੱਚ ਲੈਕਚਰਰ ਲੱਗ ਗਏ, ਤੇ ਮੈਂ 1-2 ਸਾਲ ਇੰਟਰਵਿਊ ਅਟੈਂਡ ਕਰਦਾ ਰਿਹਾ, ਪਰ ਕੋਈ ਕਿਸੇ ਤਰ੍ਹਾਂ ਦਾ ਕਿਤੇ ਪੈਰ ਨਾ ਲੱਗੇ। ਈਵਨ PPSC ਦੇ ਵਿੱਚ ਵੀ ਗਏ, ਤੇ ਅਖੀਰ ਨੂੰ ਫਿਰ 1-2 ਸਾਲ ਤੋਂ ਬਾਅਦ ਬੀਐਡ ਕੀਤੀ। ਬੀਐਡ ਤੋਂ ਬਾਅਦ ਵੀ ਫਿਰ ਟੀਚਰ ਦਾ ਜੌਬ ਵੀ ਬੜੀ ਮੁਸ਼ਕਲ ਨਾਲ ਮਿਲਦੀ ਸੀ। 78 ਦੇ ਵਿੱਚ ਆ ਕੇ ਕਿਤੇ ਮੈਨੂੰ ਆਰੀਆ ਸਕੂਲ ਖੰਨਾ ਦੇ ਵਿੱਚ ਜੌਬ ਮਿਲੀ। ਤੇ ਉਹ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ। ਜਿਹੜੀਆਂ ਨੌਕਰੀਆਂ ਨੇ ਉਹ ਉਨੀਆਂ ਵੀ ਨਹੀਂ ਹੈਗੀਆਂ। ਘੱਟੋ ਘੱਟ ਅਸੀਂ ਕਾਲਜ ਦੇ ਵਿੱਚ ਲੈਕਚਰਰ ਲੱਗਣ ਵਾਲੇ, ਮੈਂ ਦੂਜੇ ਨੰਬਰ ਤੇ, ਘੱਟੋ ਘੱਟ ਸਕੂਲ 'ਚ ਤਾਂ ਮੈਂ ਲੈਕਚਰਰ ਹੋ ਗਿਆ ਸੀ, ਬਤੌਰ ਪ੍ਰਿੰਸੀਪਲ ਵੀ 12 ਸਾਲ ਕੰਮ ਕੀਤਾ। ਤੇ ਮੈਂ ਸਗੋਂ ਹੁਣ ਬਾਅਦ ਦੇ ਵਿੱਚ ਸੋਚਦਾ ਕਿ ਮੈਂ ਗਵਰਨਮੈਂਟ ਦੇ ਵਿੱਚ ਜਾਣ ਨਾਲ ਮੈਂ ਚੰਗਾ ਰਿਹਾ ਕਾਲਜ ਦੇ, ਪ੍ਰਾਈਵੇਟ ਕਾਲਜ 'ਚ ਜਾਣ ਨਾਲੋਂ। ਕਹਿਣ ਦਾ ਮਤਲਬ ਇਹ ਹੈ ਕਿ ਉਹ ਇੰਨੀ ਉੱਚੀ ਵਿੱਦਿਆ ਪ੍ਰਾਪਤ ਕਰਕੇ ਵੀ ਸੌਖੀ ਜੌਬ ਉਦੋਂ ਨਹੀਂ ਮਿਲਦੀ ਸੀ। ਹੁਣ ਤਾਂ ਬਿਲਕੁਲ ਸਾਫ਼ ਹੋ ਗਿਆ ਕੰਮ ਇਸ ਪੱਖ ਤੋਂ। ਤੇ ਫਿਰ ਜਿਹੜਾ ਲਿਖਣ ਵਾਲਾ ਕਾਰਜ ਹੈਗਾ, ਇਹ ਮੇਰਾ ਕਾਲਜ ਦੇ ਵਿੱਚੋਂ ਹੀ ਸ਼ੁਰੂ ਹੋ ਗਿਆ ਸੀ। ਇੱਕ ਤਰ੍ਹਾਂ ਮੈਗਜ਼ੀਨਾਂ ਦੇ ਵਿੱਚ ਕਹਾਣੀਆਂ ਛਪਣ ਲੱਗ ਪਈਆਂ ਸੀ। ਤੇ ਅਸਲ ਵਿੱਚ ਜਿਹੜੀ ਪੁਸਤਕ ਸੀ ਉਹ ਜਾ ਕੇ 1991 'ਚ ਛਪੀ ਸੀ। ਤੇ ਪੁਸਤਕ ਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਨੂੰ ਬੜਾ ਮੈਂ ਖੁਸ਼ਕਿਸਮਤ ਸੀ ਕਿ ਮੇਰੀ ਜਿਹੜੀ ਪੁਸਤਕ ਸੀ ਉਹ ਡਾਕਟਰ ਕਰਤਾਰ ਸਿੰਘ ਸੂਰੀ ਹੋਰਾਂ ਨੇ ਛਾਪੀ ਸੀ, ਮੌਤ ਦੇ ਸਾਏ ਹੇਠ। ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਨੂੰ ਕਿਤਾਬ ਦੇਵਾਂ। ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਇਹ ਕੁਝ ਲੋਕਾਂ ਨੂੰ ਕਹਿੰਦੇ ਨੇ ਵੀ ਦੇਣੀ ਹੁੰਦੀ ਹੈ ਕਿਤਾਬ। ਉਹ ਕਹਿੰਦੇ ਬਹੁਤਿਆਂ ਨੂੰ ਨਹੀਂ ਕਿਤਾਬਾਂ ਵੰਡੀ ਦੀਆਂ ਹੁੰਦੀਆਂ। 40 ਕੁ ਕਿਤਾਬਾਂ ਮੈਨੂੰ ਉਹਨੇ ਦਿੱਤੀਆਂ ਸੀ, ਤੇ ਕੁਝ ਮੈਨੂੰ ਉਹਨੇ 5-6 ਜਿਹੜੇ ਦਾਨਸ਼ਵਰ ਸਾਡੇ ਵੱਡੇ ਲੇਖਕ ਸੀ ਦੱਸਿਆ ਵੀ ਇਹਨਾਂ ਨੂੰ ਦੇ ਦੇ। ਤੇ ਮੈਂ ਉਦੋਂ ਸੁਣਿਆ ਹੋਇਆ ਸੀ, ਮੈਂ ਟ੍ਰਿਬਿਊਨ ਦੇ ਵਿੱਚ ਪੜ੍ਹਦਾ ਰਹਿੰਦਾ ਸੀ। ਪ੍ਰੀਤਮ ਸਿੰਘ IAS ਹੁੰਦੇ ਸੀ, ਉਹ ਬੜੀ ਵਧੀਆ ਆਲੋਚਨਾ ਕਰਦੇ ਸੀ। ਤੇ ਇਸੇ ਤਰ੍ਹਾਂ ਮੈਂ ਇਹ ਵੀ ਸੁਣਿਆ ਸੀ
ਤੇ ਮੇਰੀਆਂ ਅਜੇ ਕਹਾਣੀ, ਵੱਡੀ ਕਹਾਣੀ ਮੇਰੀ ਕੋਈ ਛਪਣ ਲੱਗੀ ਸੀ। ਉਹ ਤੇ ਮੈਂ ਉਹਨਾਂ ਨੂੰ ਕਿਹਾ ਵੀ ਉਹ ਮੈਂ ਸੁਣਿਆ ਸੀ ਕਿ ਸਿਰਜਣਾ ਕੋਈ ਮੈਗਜ਼ੀਨ ਹੈਗਾ। ਮੈਂ ਡਾਕਟਰ ਕਰਤਾਰ ਸਿੰਘ ਸੂਰੀ ਹੋਰਾਂ ਨੂੰ ਕਿਹਾ ਵੀ ਮੈਂ ਇਹਨਾਂ ਨੂੰ, ਪ੍ਰੀਤਮ ਸਿੰਘ IAS ਨੂੰ ਤੇ ਇਹ ਸਿਰਜਣਾ ਮੈਗਜ਼ੀਨ ਨੂੰ ਇਹਨਾਂ ਨੂੰ ਭੇਜ ਦੇਵਾਂ। ਉਹ ਕਹਿੰਦੇ ਜੇ ਤੂੰ ਲਿਖਣੋਂ ਹਟਣਾ ਤਾਂ ਭੇਜ ਦੇ। ਉਹ ਤੈਨੂੰ ਕਹਿੰਦੇ ਉਹ ਲਿਖਣੋਂ ਹਟਾ ਦੇਣਗੇ ਜੇ ਪ੍ਰੀਤਮ ਸਿੰਘ IAS ਨੇ ਤੇਰੇ ਬਾਰੇ ਕੋਈ ਲਿਖ ਦਿੱਤਾ ਤੈਂ ਕਹਾਣੀਆਂ ਲਿਖਣੀਆਂ ਬੰਦ ਕਰ ਦੇਣੀਆਂ ਨੇ, ਤੇ ਜੇ ਸਿਰਜਣਾ ਵਾਲਿਆਂ ਨੇ ਤੇਰੇ ਬਾਰੇ ਕੁਝ ਲਿਖ ਦਿੱਤਾ ਤੇ ਉਹ ਤੈਂ ਮੁੜ ਕੇ ਲਿਖਣਾ ਹੀ ਨਹੀਂ। ਫਿਰ ਇੱਥੇ ਨਾ ਭੇਜੀ, ਹੋਰ ਜਿਹੜੇ ਮੈਂ ਤੈਨੂੰ ਕਿਹਾ ਉੱਥੇ ਭੇਜ ਦੇ। ਬਾਹਲੇ ਚੱਕਰਾਂ 'ਚ ਨਹੀਂ ਪਈਦਾ, ਬਹੁਤਾ ਓਵਰ ਕੌਨਫੀਡੈਂਸ ਨਹੀਂ ਦਿਖਾਈਦਾ ਹੁੰਦਾ। ਖੈਰ ਮੈਂ ਜਿੱਥੇ ਤੱਕ ਉਹਨਾਂ ਨੇ ਕਿਹਾ ਸੀ, ਪ੍ਰੋਫੈਸਰ ਜਸਵੰਤ ਸਿੰਘ ਬਿਰਦੀ ਨੂੰ, ਡਾਕਟਰ ਜਗਤਾਰ ਨੂੰ, ਪ੍ਰੇਮ ਪ੍ਰਕਾਸ਼ ਨੂੰ, ਤੇ ਇਸੇ ਤਰ੍ਹਾਂ ਕੁਝ ਹੋਰ ਇੱਕ ਦੋ ਉਹਨਾਂ ਨੂੰ ਕਿਹਾ, ਮੈਂ ਉਹ ਭੇਜੀਆਂ। ਤੇ ਬਿਰਦੀ ਸਾਹਿਬ ਨੂੰ ਤੇ ਉਹਨਾਂ ਨੂੰ ਮੈਂ ਪ੍ਰੇਮ ਪ੍ਰਕਾਸ਼ ਜੀ ਨੂੰ ਆਪ ਜਾ ਕੇ ਦੇ ਕੇ ਆਇਆ। ਕਹਾਣੀਆਂ ਦੀ ਕਿਤਾਬ ਸੀ ਜਿਹੜੀ। ਤੇ ਫਿਰ ਮੇਰੇ ਮਨ 'ਚ ਰਿਹਾ ਜਿਵੇਂ ਬੱਚੇ ਨੂੰ ਅਸੀਂ ਜਿੱਥੋਂ ਰੋਕੀਏ ਉੱਥੇ ਨੂੰ ਜਾਂਦਾ ਹੁੰਦਾ। ਦੂਜਾ ਮੈਨੂੰ ਉਦੋਂ ਮੇਰੀਆਂ ਕਹਾਣੀਆਂ RC ਦੇ ਵਿੱਚ, ਮਹਿਰਮ ਦੇ ਵਿੱਚ, ਪ੍ਰੀਤ ਲੜੀ 'ਚ ਛਪਣ ਲੱਗ ਗਈਆਂ ਸੀ। ਤੇ ਜਦੋਂ ਮੈਂ ਚੰਡੀਗੜ੍ਹ ਨੂੰ ਬੱਸ ਜਾਣਾ, ਮੇਰਾ ਕਲਾਸ ਫੈਲੋ ਸੀ 10ਵੀਂ ਤੱਕ ਦਾ ਕੇਸਰ ਸਿੰਘ ਬਰਵਾਲੀ। ਉਹਨੇ ਮੈਨੂੰ ਕਹਿਣਾ, ਬਾਅਦ 'ਚੋਂ ਡਾਕਟਰ ਸੀ, ਇਕਨੋਮਿਕਸ ਦੀ MA ਕਰਕੇ ਸੀ, PhD ਸੀ। ਤੇ ਉਹਨਾਂ ਨੇ ਕਹਿਣਾ ਕਿ ਅਵਤਾਰ, ਜਿੰਨੀ ਦੇਰ ਤੇਰੀਆਂ ਕਹਾਣੀਆਂ ਸਿਰਜਣਾ 'ਚ ਨਹੀਂ ਨਾ ਛਪਦੀਆਂ, ਬਈ ਤੈਨੂੰ ਕਿਸੇ ਨੇ ਕਹਾਣੀਕਾਰ ਨਹੀਂ ਮੰਨਣਾ। ਮੈਂ ਨਾਂ ਤਾਂ ਸੁਣਿਆ ਸੀ, ਜਿਵੇਂ ਮੈਂ ਡਾਕਟਰ ਕਰਤਾਰ ਸਿੰਘ ਸੂਰੀ ਹੋਰਾਂ ਨੂੰ ਕਿਹਾ ਸੀ, ਪਰ ਮੈਂ ਮੈਗਜ਼ੀਨ ਨਹੀਂ ਸੀ ਕਦੇ ਦੇਖਿਆ। 1990 ਦੀ ਗੱਲ ਹੋਣੀ ਆ ਇਹ। ਤੇ ਮੈਂ ਉਹਨੂੰ ਕਿਹਾ ਵੀ ਕਿਸ ਤਰ੍ਹਾਂ ਮੈਨੂੰ ਮੈਗਜ਼ੀਨ ਦੀ ਕਾਪੀ ਦੇ। ਖੈਰ ਉਹਨੇ ਮੈਨੂੰ ਕਾਪੀ ਦਿੱਤੀ ਤੇ ਉਹ ਮੈਨੂੰ ਕਹਿੰਦਾ ਮੈਂ ਤੈਨੂੰ ਐਡਰੈਸ ਦੇ ਦੇਣਾ। ਤੇ ਐਡਰੈਸ ਦਿੱਤਾ, ਮੈਂ ਕਾਰਡ ਪਾ ਦਿੱਤਾ ਡਾਕਟਰ ਸਾਹਿਬ। ਮੈਂ ਕਿਹਾ ਜੀ ਮੈਨੂੰ ਇੱਕ ਇਹਦੀ ਕਾਪੀ ਭੇਜੋ ਮੈਗਜ਼ੀਨ ਦੀ। ਉਹਨਾਂ ਨੇ ਜਦੋਂ ਭੇਜ ਦਿੱਤੀ ਮੁੜਦੀ ਡਾਕ, ਤੇ ਮੈਂ ਉਹਨਾਂ ਨੂੰ ਅਗਲੀ ਡਾਕ ਇੱਕ ਕਹਾਣੀ ਭੇਜ ਦਿੱਤੀ, ਕਿਉਂਕਿ ਉਦੋਂ ਉਹ ਜ਼ਮਾਨਾ ਸੀ ਜਦੋਂ ਉਹ ਤੱਤੀ ਲਹਿਰ ਚੱਲਦੀ ਸੀ ਪੰਜਾਬ ਦੇ ਵਿੱਚ। ਤੇ ਗੋਲੀ ਦੀ ਆਵਾਜ਼ ਇੱਕ ਕਹਾਣੀ ਸੀ, ਤੇ ਉਹ ਭੇਜੀ। ਤੇ ਉਹਨਾਂ ਨੇ ਮੁੜਦੀ ਡਾਕ ਕੇ ਹਫ਼ਤੇ ਬਾਅਦ ਦੇ ਉੱਤੇ ਲਿਖ ਕੇ ਨੋਟ ਦੇ ਕੇ ਵੀ ਮੋੜ ਦਿੱਤੀ ਵੀ ਨਹੀਂ, ਇਹ ਤਾਂ ਫਾਰਮੂਲਾ ਜਿਹਾ ਲੱਗਦਾ। ਫਿਰ ਮੈਂ ਉਹਨਾਂ ਨੂੰ ਇੱਕ ਕਹਾਣੀ ਭੇਜੀ, ਆਪਣਾ ਖੂਨ, ਤੇ ਉਹਨਾਂ ਨੇ ਉਹ ਟਿੱਪਣੀ ਦੇ ਕੇ ਭੇਜੀ, ਰੱਖ ਲਈ ਆਪਣੇ ਕੋਲ ਵੀ ਇਹ ਛਾਪਾਂਗੇ। ਲਓ ਜੀ, ਉਹ ਜਿਹੜਾ ਹੈਗਾ ਸੀ, ਉਹਨਾਂ ਨੇ ਮੇਰੀਆਂ ਜਿੰਨੀਆਂ ਵੀ ਕਹਾਣੀਆਂ ਸੀ ਉਹਨਾਂ ਕੋਲ ਜਾਂਦੀਆਂ। ਫਿਰ ਉਹਨਾਂ ਨੇ ਹਰ ਸਾਲ ਮੇਰੀਆਂ 2 ਕਹਾਣੀਆਂ ਛਾਪ ਦੇਣੀਆਂ, ਬਾਕੀ ਦੀਆਂ ਮੇਰੀਆਂ RC ਦੇ ਵਿੱਚ, ਪ੍ਰੀਤ ਲੜੀ ਦੇ ਵਿੱਚ, ਜਾਂ ਦੂਜੇ ਹੋਰ ਮੈਗਜ਼ੀਨਾਂ ਦੇ ਵਿੱਚ ਜਿਹੜੇ ਉਸ ਟਾਈਮ ਦੇ ਪ੍ਰਸਿੱਧ ਹੈਗੇ ਸੀ, ਉਹਨਾਂ 'ਚ ਛਪਣ ਲੱਗੀਆਂ। ਤੇ ਜਿਹੜੇ ਮੈਂ ਪ੍ਰੀਤਮ ਸਿੰਘ IAS ਦੀ ਗੱਲ ਕਰਦਾ ਸੀ, ਉਹ ਬਹੁਤ ਵਧੀਆ ਆਲੋਚਕ ਸੀ, ਸਾਡੇ ਹੈਗੇ ਨੇ ਉਹ। ਤੇ ਹੁਣ ਆਲੋਚਨਾ ਨਹੀਂ ਉਹਨਾਂ ਦੀ ਕਦੇ ਪੜ੍ਹੀ। ਤੇ ਉਹਨਾਂ ਨੂੰ ਮੈਂ ਆਪਣਾ ਖੂਨ ਵੀ ਭੇਜੀ, ਤੇ ਉਹਨਾਂ ਨੇ ਉਹਦਾ ਸਿਰਜਣਾ ਦੇ ਵਿੱਚ ਰਿਵਿਊ ਕੀਤਾ। ਤੇ ਫਿਰ ਜਿਹੜੀ ਮੌਤ ਦੇ ਸਾਏ ਹੇਠ ਸੀ, ਉਸ ਦਾ ਉਹਨਾਂ ਨੇ ਰਿਵਿਊ ਇਸ ਦੇ ਵਿੱਚ ਪ੍ਰੀਤ ਲੜੀ 'ਚ ਕੀਤਾ। ਤੇ ਫਿਰ ਨਾਵਲ ਮੇਰਾ ਨਿਰੰਜਨ ਮਸ਼ਾਲ 'ਚ ਛਪਿਆ, ਉਹਦਾ ਰਿਵਿਊ ਉਹਨੇ ਪ੍ਰੀਤ ਲੜੀ 'ਚ ਕੀਤਾ। ਖੈਰ ਉਹਨਾਂ ਨੇ ਜਿਹੜੀਆਂ ਮਿੱਠੀਆਂ ਚੁੰਡੀਆਂ ਤਾਂ ਵੱਡੀਆਂ, ਪਰ ਬਹੁਤ ਜ਼ਿਆਦਾ ਸਿਫਤ ਕੀਤੀ ਉਹਨਾਂ ਦਾ। ਤਾਂ ਮਤਲਬ ਇਹ ਸੀ ਕਿ ਉਹ ਬੜੀ ਜਾਇਜ਼ ਗੱਲ ਕਰਦੇ ਸੀ। ਉਹਨਾਂ ਦੇ ਮੈਨੂੰ ਸਗੋਂ ਹੱਲਾਸ਼ੇਰੀ ਦਿੱਤੀ ਜਦੋਂ ਮੈਂ ਦੂਜਾ ਨਾਵਲ ਲਿਖਣਾ ਸੀ, ਖੇੜੇ ਸੁੱਖ ਵਿਹੜੇ ਸੁੱਖ। ਹੁਣ ਉਹ ਨਾਵਲ ਮੇਰੇ ਜਨਮ ਤੋਂ ਜਿਹੜਾ ਹੈਗਾ ਸੀ 60-70 ਸਾਲ ਨੂੰ ਆਪਣੇ ਕਲਾਵੇ 'ਚ ਲੈਂਦਾ ਸੀ। ਹੁਣ ਮੇਰਾ ਜਨਮ ਤਾਂ 1952 ਦੇ ਅਖੀਰ ਦਾ ਹੈਗਾ, ਦਸੰਬਰ 52 ਦਾ। ਤੇ ਨਾਵਲ ਮੇਰਾ ਉਹ ਸ਼ੁਰੂ ਹੁੰਦਾ ਹੈਗਾ 20ਵੀਂ ਸਦੀ ਦੇ ਸ਼ੁਰੂ ਦੇ ਪਹਿਲੇ ਦਹਾਕੇ ਤੋਂ। ਤੇ ਮੈਂ ਕੁਛ ਤਾਂ ਮੇਰੇ ਕੋਲ ਕਈ ਰਿਸੋਰਸ ਪਰਸਨ ਹੈਗੇ ਸੀ। ਮੇਰੇ ਤਾਇਆ ਜੀ ਸੀ, ਉਹ ਉਦੋਂ 90 ਸਾਲ ਦੇ ਹੈਗੇ ਸੀ, ਤੇ 90 ਤੋਂ ਉੱਤੇ ਸੀ। ਮੇਰੇ ਨਾਨਾ ਜੀ ਸੀ। ਇਸੇ ਤਰ੍ਹਾਂ ਮੇਰੇ ਪਿੰਡ ਦੇ ਵਿੱਚ ਮੈਂ ਜਿਹੜਾ ਜਾਂਦਾ ਸੀ, ਮੇਰੇ ਮਿੱਤਰ ਸੀ। ਅਸਲ 'ਚ ਤਾਂ ਪਿੰਡ ਦੇ ਵਿੱਚੋਂ ਮੇਰੇ ਉਹ ਚਾਚਾ ਜੀ ਲੱਗਦੇ ਸੀ, ਤੇਜਾ ਸਿੰਘ, ਪਰ ਮਿੱਤਰਾਂ ਵਰਗੇ ਸੀ ਬਹੁਤ। ਉਹਨਾਂ ਦੀ ਮਾਤਾ ਸੀ ਮਾਈ ਧਨ ਕੌਰ। ਇਸੇ ਤਰ੍ਹਾਂ ਰੁਲਦਾ ਸੀ ਪਿੰਡ ਦੇ ਵਿੱਚ। ਤੇ ਉਹ ਹੁਣ ਵੀ ਮੇਰੇ ਜਾਂਦਾ, ਮੈਂ ਉਹਨਾਂ ਨੂੰ ਜਦੋਂ ਮਿਲਦਾ ਹੈਗਾ
ਤੇ ਇਦਾਂ ਦੇ ਹੀ ਹੋਰ ਪਿੰਡਾਂ ਦੇ ਵਿੱਚ ਵੀ ਕੁਝ ਬਜ਼ੁਰਗ ਜਿਨ੍ਹਾਂ ਦਾ ਮੈਂ ਵਾਕਿਫ ਸੀ, ਤੇ ਮੈਂ ਸੋਚਿਆ ਵੀ ਇਹਨਾਂ ਦਾ ਜੋ ਇਹ ਸੁਣਾਉਂਦੇ ਨੇ ਇਹ ਸਾਂਭਣਾ ਜ਼ਰੂਰੀ ਹੈ। ਤੇ ਫਿਰ ਹੁਣ ਉਹ ਸਾਰਾ ਅਨੁਭਵ ਉਹਨਾਂ ਕੋਲੋਂ ਲੈ ਕੇ ਵੀ ਨਾਵਲ ਨਹੀਂ ਸੀ ਬਣਨਾ, ਤੇ ਫਿਰ ਉਹਦੇ ਲਈ ਕੁਝ ਪੁਸਤਕਾਂ ਦੀ ਵੀ ਲੋੜ ਸੀ। ਉੱਥੇ ਮੇਰੀ ਪ੍ਰੀਤਮ ਸਿੰਘ IAS ਨੇ ਮੇਰੀ ਮਦਦ ਕੀਤੀ। ਉਹਨੇ ਮੈਨੂੰ ਕਿਹਾ ਵੀ ਦੇਖ, ਜੇ ਤੂੰ ਇਸ ਪੀਰੀਅਡ ਨੂੰ ਲੈਣਾ, ਤੂੰ ਸ਼ਾਹੂਕਾਰਾ ਸੀ ਉਦੋਂ, ਤੂੰ ਇੱਕ ਕਿਤਾਬ ਘੱਟੋ ਘੱਟ ਜ਼ਰੂਰ ਪੜ੍ਹੀ। ਉਹ ਹੈਗੀ ਸੀ ਮੈਲਕਮ ਡਾਰਲਿੰਗ ਦੀ ਪੰਜਾਬ ਪੈਜ਼ੈਂਟ ਇਨ ਡੈਟ ਐਂਡ ਇਨ ਪ੍ਰੋਸਪੈਰਿਟੀ, ਕਿ ਪੰਜਾਬ ਦਾ ਕਿਸਾਨ ਕਰਜ਼ਈ ਕਿਉਂ ਹੈ। ਅਸਲ ਦੇ ਵਿੱਚ ਇਹ ਸੀ ਉਹਦਾ ਸਰਵੇ ਸੀ, ਉਹ ਸਾਡੇ ਮਤਲਬ ਉੱਤਰੀ ਭਾਰਤ ਦਾ ਹੀ ਵੱਡੇ ਜਿਹੜਾ ਪੰਜਾਬ ਸੀ ਉਦੋਂ ਸਾਂਝਾ ਪੰਜਾਬ। ਫਿਰ ਇਸੇ ਤਰ੍ਹਾਂ ਉਹਨਾਂ ਨੇ ਮੈਨੂੰ ਛੋਟੂ ਰਾਮ ਬਾਰੇ, ਲਾਹੌਰ ਬਾਰੇ, ਅਕਾਲੀ ਮੋਰਚਿਆਂ ਬਾਰੇ, ਫਰੀडम ਐਟ ਮਿਡਨਾਈਟ, ਇੱਦਾਂ ਦੀਆਂ ਪੁਸਤਕਾਂ ਆਜ਼ਾਦੀ ਬਾਰੇ ਉਹਨਾਂ ਨੇ ਮੈਨੂੰ ਸੁਝਾਈਆਂ, ਤੇ ਮੈਂ ਉਹ ਮਤਲਬ ਪੜ੍ਹੀਆਂ। ਤੇ ਉਹ ਪੜ੍ਹੇ ਹੋਏ ਗਿਆਨ ਦੇ ਤੌਰ ਤੇ ਰਿਸੋਰਸ ਪਰਸਨ ਦੇ ਉਹਦੇ ਉੱਤੇ ਫਿਰ ਉਹ ਇੱਕ ਨਾਵਲ, ਵੱਡਕਾਰੀ ਨਾਵਲ ਸੀ ਜਿਹੜਾ ਉਹ ਸਿਰਜਿਆ ਗਿਆ। ਤੇ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਜਿਨ੍ਹਾਂ ਕੋਲੋਂ ਡਾਕਟਰ ਸਾਹਿਬ ਨੇ ਮੈਨੂੰ ਰੋਕਿਆ ਸੀ, ਤੇ ਉਹ ਮੈਨੂੰ ਸਗੋਂ ਸਭ ਤੋਂ ਵੱਧ ਸਹਾਈ ਹੋਏ ਮੇਰੇ ਇਸ ਸਫ਼ਰ ਦੀ ਸ਼ੁਰੂਆਤ ਦੇ ਵਿੱਚ। ਮੈਂ ਡਾਕਟਰ ਮਹਿਲ ਸਿੰਘ, ਪ੍ਰਿੰਸੀਪਲ ਖਾਲਸਾ ਕਾਲਜ। ਅੱਜ ਇਸ ਵਕਤ ਖਾਲਸਾ ਕਾਲਜ ਦੇ ਵਿਹੜੇ ਵਿੱਚ ਸਾਡੇ ਜਿਹੜੇ ਬਹੁਤ ਸਿਰਕਰਦਾ ਨਾਵਲਕਾਰ ਅਵਤਾਰ ਸਿੰਘ ਬਲਿੰਗ, ਉਹਨਾਂ ਦੇ ਨਾਵਲਾਂ ਸੰਬੰਧੀ ਕੋਈ 2-4 ਗੱਲਾਂ ਕਰਨੀਆਂ ਚਾਹੁੰਦਾ ਹੈ। ਤੇ ਅਸੀਂ ਜਿਹੜੀ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਸੋਹਣ ਸਿੰਘ ਸੀਤਲ, ਗੁਰਦਿਆਲ ਸਿੰਘ ਤੋਂ ਬਾਅਦ ਦੀ ਜਿਹੜੀ ਪੀੜ੍ਹੀ, ਤੀਜੀ ਪੀੜ੍ਹੀ ਆ, ਉਹਨਾਂ ਦੇ ਵਿੱਚੋਂ ਇਹ ਸਭ ਤੋਂ ਸਿਰ ਕੱਢਦੇ ਨਾਵਲਕਾਰ ਨੇ, ਜਿਨ੍ਹਾਂ ਦੇ ਕਈ ਨਾਵਲ ਛਪੇ ਆ। ਇਹਨਾਂ ਦਾ ਲੇਟੈਸਟ ਰਿਜਕ ਨਾਵਲ ਆਇਆ, ਜਿਹੜਾ ਕਿ 8ਵਾਂ ਨਾਵਲ ਆ। ਇਹਨਾਂ ਦੇ ਨਾਵਲ ਸਾਡੇ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਪੰਜਾਬ ਦੀ ਜਿਹੜੀ ਕਿਰਸਾਨੀ ਦੀ ਦਿੱਖ ਤੇ ਦਿਸ਼ਾ ਤੇ ਹਾਲਤ ਆ ਉਹਦੇ ਸੰਬੰਧੀ ਬਹੁਤ ਸਾਨੂੰ ਸਮਝ ਤੇ ਜਾਣਕਾਰੀ ਮਿਲਦੀ ਆ ਵੀ ਕਿਵੇਂ ਲਗਾਤਾਰ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਕਿਸਾਨੀ 'ਚ ਟੁੱਟ ਭੱਜ ਵਾਪਰ ਰਹੀ ਆ। ਰੁਜ਼ਗਾਰ ਦਾ ਵੱਡਾ ਮਸਲਾ ਬਣ ਰਿਹਾ ਵੀ ਮਸ਼ੀਨਰੀ ਦੇ ਆਉਣ ਨਾਲ ਮਤਲਬ ਮੈਨ ਪਾਵਰ ਖੇਤਾਂ 'ਚੋਂ ਵਿਹਲੀ ਹੋ ਗਈ ਆ ਤੇ ਬੇਰੁਜ਼ਗਾਰੀ ਵਾਪਰ ਗਈ ਆ। ਜ਼ਮੀਨਾਂ ਦੀਆਂ ਪੈਰੋਂ ਪੈਰ ਮੰਡੀਆਂ ਛੋਟੀਆਂ ਹੋ ਰਹੀਆਂ, ਤੇ ਇਸ ਕਰਕੇ ਮਤਲਬ ਛੋਟੇ ਜਿਹੜੇ ਮਤਲਬ ਕਿਸਾਨ ਨੇ ਉਹਨਾਂ ਦਾ ਦਰਗੁਜ਼ਰ ਕਰਨਾ ਔਖਾ ਹੋ ਗਿਆ। ਫਿਰ ਜਿਹੜੀਆਂ ਕਰਜ਼ਾ ਫੈਸਿਲਿਟੀ ਕਈ ਕਿਸਮ ਦੀਆਂ ਬੈਂਕਾਂ ਤੋਂ, ਸੁਸਾਇਟੀਆਂ ਤੋਂ, ਉਹਨਾਂ ਨਾਲ ਵੀ ਕਿਸਾਨ ਕਰਜ਼ੇ ਦੇ ਹੇਠ ਬਹੁਤ ਦੱਬ ਕੇ ਰਹਿ ਗਿਆ। ਤੇ ਇਹ ਆਰਥਿਕ ਕ੍ਰਾਈਸਿਸ ਅੱਗੇ ਸੋਸ਼ਲ ਕ੍ਰਾਈਸਿਸ ਦਾ ਬਹੁਤ ਵੱਡਾ ਰੂਪ ਧਾਰਨ ਕਰ ਗਿਆ ਹੋਇਆ। ਇਹਦੇ 'ਚੋਂ ਲੇਟੈਸਟ ਉਹਨਾਂ ਦਾ ਨਾਵਲ ਜਿਹੜਾ ਰਿਜਕ ਆ, ਵੀ ਜਿਹੜੀ ਪਿਛਲੇ ਸਮਿਆਂ ਤੋਂ ਇਹ ਕੋਈ 10 ਸਾਲਾਂ ਤੋਂ ਜਿਹੜੀ ਪੰਜਾਬ ਦੀ ਬਿਲਕੁਲ ਹੀ ਮੰਦੀ ਹਾਲਤ ਆਰਥਿਕ ਪੱਖੋਂ, ਰੁਜ਼ਗਾਰ ਦੇ ਪੱਖੋਂ ਹੋਈ ਆ, ਤੇ ਕਿਵੇਂ ਇੱਕ ਦੌੜ ਲੱਗ ਗਈ ਆ। ਹਰ ਬੱਚਾ, ਹਰ ਨੌਜਵਾਨ ਜਹਾਜ਼ੇ ਚੜ੍ਹਨ ਦੀ ਸੋਚ ਰਿਹਾ। ਰਿਜਕ ਨਾਵਲ ਇਸ ਸੱਚ ਦਾ ਪ੍ਰਗਟਾ ਆ। ਪਰ ਜਿਸ ਅੱਗੇ ਜ਼ਿੰਦਗੀ ਦਾ ਸੱਚ ਇਹ ਵੀ ਆ ਵੀ ਜਿਸ ਔਲਾਦ ਲਈ, ਜਿਸ ਪਰਿਵਾਰ ਲਈ ਅਸੀਂ ਇੱਥੋਂ ਸਾਰਾ ਕੁਝ ਵੇਚ ਵੱਟ ਕੇ, ਨਾਤਾ ਤੋੜ ਕੇ ਜਾਂਦੇ ਆ, ਤੇ ਉੱਥੇ ਉਹ ਵੀ ਪਰਿਵਾਰ ਤੁਹਾਡਾ ਆਪਣਾ ਨਹੀਂ ਰਹਿੰਦਾ। ਬੰਦਾ ਜਿਵੇਂ ਇਕੱਲਾ ਆਇਆ ਸੀ ਇਕੱਲਾ ਰਹਿ ਜਾਂਦਾ। ਬੜੀਆਂ ਇਹੋ ਜਿਹੀਆਂ ਦਾਰਸ਼ਨਿਕ ਗੱਲਾਂ ਵੀ ਨੇ ਨਾਵਲ ਵਿੱਚ। ਤੇ ਕਿਸਾਨੀ ਸੰਕਟ ਤੇ ਪ੍ਰਵਾਸ ਨਾਲ ਜਿਹੜੇ ਮਸਲੇ ਨਾਲ ਜੁੜਿਆ ਹੋਇਆ, ਇਹਨਾਂ ਦਾ ਸਭ ਤੋਂ ਜਿਹੜਾ ਲੇਟੈਸਟ ਨਾਵਲ ਜਿਹੜਾ ਮੈਨੂੰ ਬਹੁਤ ਪ੍ਰਭਾਵਿਤ ਕੀਤਾ, ਉਸ ਨਾਵਲ ਨੇ ਇੱਕ ਵੱਡਕਾਰੀ ਮਹਾਂਕਾਵਿਕ ਕਿਸਮ ਦਾ ਨਾਵਲਕਾਰ ਆ। ਔਰ ਉਹਦੇ 'ਚ ਇਹਨਾਂ ਨੇ ਸਾਡੇ ਜਿਹੜੇ ਇੱਧਰੋਂ ਸਾਡਾ ਡਾਇਸਪੋਰਾ ਉੱਧਰ ਵਸਿਆ ਹੋਇਆ ਹੈ, ਜਿਹੜੇ ਪਰਿਵਾਰ, ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨਾਲ ਕਿਵੇਂ ਵਖਰੇਵੇਂ ਪੈਦਾ ਹੋ ਰਿਹਾ। ਇੱਕ ਵਖਰੇਵੇਂ ਪੀੜ੍ਹੀ ਪਾੜੇ ਹੁੰਦੇ ਆ, ਇੱਕ ਵਖਰੇਵੇਂ ਵਿਚਾਰਾਂ ਦੇ ਹੁੰਦੇ ਆ। ਤੁਸੀਂ ਦੋ ਬੰਦਿਆਂ ਦੇ ਆਪਸੀ ਵਿਚਾਰ ਵੀ ਨਹੀਂ ਮਿਲਦੇ ਹੁੰਦੇ। ਇਹ ਸਾਰੇ ਕੁਝ ਨੂੰ ਅਵਤਾਰ ਸਿੰਘ ਬਲਿੰਗ ਨੇ ਰਿਜਕ ਨਾਵਲ 'ਚ ਬੜੀ ਬਾਰੀਕੀ ਤੇ ਬੜੀ ਬਾਖੂਬੀ ਨਾਲ ਚਿਤਰਿਆ। ਰਿਜਕ ਨੂੰ ਉਹਨਾਂ ਨੇ ਵੀਜ਼ਾ ਮਿਲ ਜਾਣਾ ਨੂੰ ਰਿਜਕ ਕਿਹਾ। ਅੱਜ ਕੱਲ੍ਹ ਪਾਸਪੋਰਟ 'ਤੇ ਵੀਜ਼ਾ ਮਿਲ ਜਾਣਾ, ਇਹ ਸਾਡੇ ਲਈ ਸਭ ਤੋਂ ਵੱਡਾ ਰਿਜਕ ਮਿਲ ਗਿਆ। ਕਦੀ ਜਿਹੜੀ ਨੌਕਰੀ ਸੀ ਉਹਨੂੰ ਰਿਜਕ ਕਿਹਾ ਜਾਂਦਾ ਸੀ, ਕਦੀ ਖੇਤੀ ਦੀ ਆਮਦਨ ਨੂੰ ਚੰਗਾ ਰਿਜਕ ਕਿਹਾ ਜਾਂਦਾ ਸੀ।
ਪਰ ਅੱਜ ਰਿਜ਼ਕ ਦੇ ਕਿਵੇਂ ਅਰਥ ਬਦਲ ਗਏ ਆ, ਕਿਵੇਂ ਅਸੀਂ ਕਿਵੇਂ ਇੱਥੋਂ ਛੱਡ ਛਡਾ ਕੇ ਤੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾਣ ਦੀ ਜਿਹੜੀ ਦੌੜ 'ਚ ਪਏ ਹੋਏ ਆ, ਤੇ ਉਹਦੀਆਂ ਦੁਸ਼ਵਾਰੀਆਂ ਕੀ ਨੇ, ਉਹਦਾ ਸਾਡੇ ਰਿਸ਼ਤਿਆਂ 'ਤੇ ਕੀ ਅਸਰ ਆ, ਉਹਦਾ ਖੁਦ ਬੰਦਾ ਜਿਵੇਂ ਇਹਦੇ 'ਚ ਰਿਜ਼ਕ ਨਾਵਲ 'ਚ ਬਣਤਾ ਖੀਰ, ਜਿਵੇਂ ਸ਼ੁਰੂ 'ਚ ਵੀ ਇਕੱਲਾ ਸੀ, ਖੀਰ ਵੀ ਇਕੱਲਾ ਰਹਿ ਜਾਂਦਾ ਹੈ ਬਦਾਮਾਂ ਦੇ ਬੂਟੇ ਥੱਲੇ ਵਾਈਫ ਦੀ ਯਾਦ ਦੇ ਵਿੱਚ, ਵੀ ਇਹ ਕਿਸ ਤਰ੍ਹਾਂ ਦਾ ਲਾਈਫ ਦਾ ਸਟਰਗਲ ਆ, ਇਹਦੇ 'ਚੋਂ ਸਾਡੀਆਂ ਕੋਸ਼ਿਸ਼ਾਂ ਕੀ ਨੇ ਤੇ ਨਿਕਲਦਾ ਕੀ ਆ। ਬੜੇ ਡੂੰਘੇ ਸਵਾਲ ਨੇ। ਇਹ ਸਾਰੀ ਨੂੰ ਨਾਵਲਕਾਰੀ ਨੂੰ ਅਸੀਂ ਅਵਤਾਰ ਸਿੰਘ ਬਲਿੰਗ ਬੜਾ ਕਾਰੀਗਰ ਕਿਸਮ ਦਾ ਨਾਵਲਕਾਰ ਆ, ਜਿਹਨੂੰ ਪਤਾ ਹੈ ਵੀ ਨਾਵਲ ਦੇ ਵਿੱਚ ਨਰੇਸ਼ਨ ਕਿਵੇਂ ਉਸਾਰਨੀ ਆ, ਪਾਤਰ ਚਿੱਤਰਨ ਕਿਵੇਂ ਕਰਨਾ ਆ, ਔਰ ਕਿਵੇਂ ਉਸ ਸਟੋਰੀ ਨੂੰ ਦਿਲਚਸਪ ਬਣਾਉਣਾ ਹੈ, ਕਿਵੇਂ ਨਾਵਲ ਦਾ ਉਹਨੂੰ ਬਿਲਕੁਲ ਸਮੱਸਿਆਵਾਂ ਦੇ ਹੱਲ ਨਹੀਂ, ਖੁੱਲ੍ਹੇ ਅੰਤ ਵੱਲ ਲੈ ਕੇ ਜਾਣਾ। ਇਹੋ ਜਿਹੀਆਂ ਸਾਰੀਆਂ ਗੱਲਾਂ ਅਵਤਾਰ ਸਿੰਘ ਬਲਿੰਗ ਦੇ ਨਾਵਲਾਂ ਵਿੱਚ ਮਿਲਦੀਆਂ ਨੇ, ਤੇ ਸਾਨੂੰ ਅਵਤਾਰ ਸਿੰਘ ਬਲਿੰਗ ਦੇ ਨਾਵਲ ਪੜ੍ਹ ਕੇ ਪੰਜਾਬ ਦਾ ਸੱਚ ਪੜ੍ਹਨ ਨੂੰ ਮਿਲਦਾ ਹੈ, ਪੰਜਾਬ ਦੀ ਕਿਸਾਨੀ ਦਾ ਸੱਚ ਪੜ੍ਹਨ ਨੂੰ ਮਿਲਦਾ ਹੈ, ਪੰਜਾਬ ਦੇ ਪਿੰਡਾਂ ਦਾ ਸੱਚ ਪੜ੍ਹਨ ਨੂੰ ਮਿਲਦਾ ਹੈ, ਪੰਜਾਬ ਦਾ ਇਤਿਹਾਸ ਪੜ੍ਹਨ ਨੂੰ ਮਿਲਦਾ ਹੈ ਇੱਕ ਕਲਾਤਮਕ ਅੰਦਾਜ਼ 'ਚ। ਤਾਂ ਮੈਂ ਸਮਝਦਾ ਹਾਂ ਵੀ ਇਹ ਸਾਡੇ ਅੱਜ ਦੇ ਇਸ ਵੇਲੇ ਦੇ ਸਭ ਤੋਂ ਵੱਡੇ ਨਾਵਲਕਾਰ ਨੇ, ਜਿਨ੍ਹਾਂ ਨੂੰ ਆਪਣੀ ਗੱਲ ਬਹੁਤ ਕਲਾਤਮਕ ਅੰਦਾਜ਼ 'ਚ ਗੈਰ ਗੰਭੀਰ ਰੂਪ ਵਿੱਚ ਕਰਨੀ ਆਉਂਦੀ ਆ। ਤੇ ਮੈਂ ਮਤਲਬ ਇਹਨਾਂ ਨੂੰ ਇਸ ਵੇਲੇ ਦੇ ਸਭ ਤੋਂ ਮਤਲਬ ਸਿਰ ਕੱਢਦਾ ਨਾਵਲਕਾਰ, ਮੋਹਰੀ ਨਾਵਲਕਾਰ ਵਜੋਂ ਮੰਨਦਾ ਹਾਂ। ਮੇਰਾ ਆਪਣਾ ਸਬਜੈਕਟ ਪੰਜਾਬੀ ਵਿਸ਼ਾ, ਮੇਰੀ ਵਿਸ਼ੇਸ਼ਤਾ ਜਿਹੜਾ ਖੇਤਰ ਉਹ ਨਾਵਲ ਹੀ ਆ, ਤੇ ਇਸ ਕਰਕੇ ਸਾਰੇ ਨਾਵਲ ਹੁਣ ਤੱਕ ਮੈਂ ਜਿੰਨੇ ਪੰਜਾਬੀ ਦੇ ਪੜ੍ਹੇ ਹੋਏ ਆ, ਤੇ ਉਸ ਹਵਾਲੇ 'ਚ ਨਾਵਲਕਾਰਾਂ ਦੇ 'ਚ ਵੀ ਕਹਿੰਦੇ ਆ ਵੀ ਇਸ ਪੀੜ੍ਹੀ ਦੇ ਵਿੱਚ ਜਿਹੜੇ ਅਵਤਾਰ ਸਿੰਘ ਬਲਿੰਗ ਆ, ਉਹ ਸਾਡੀਆਂ ਦੇ ਜਿਹੜੀ ਇਸ ਵੇਲੇ ਪੰਜਾਬ ਦੀ ਨਬਜ਼ ਆ, ਸਾਡੀ ਦੁੱਖ ਦੀ ਰਾਗ ਆ, ਜਿਹੜੀ ਸਾਡੀ ਸਿਆਸਤ ਕਿਹੋ ਜਿਹੀ ਆ, ਇੱਥੇ ਕਿਵੇਂ ਪੋਲੀਟੀਸ਼ੀਅਨ ਕਿਵੇਂ ਇਹ ਸਮੱਸਿਆਵਾਂ ਦਾ ਬਹਿਸ ਬਣੇ ਹੋਏ ਆ, ਉਹਦਾ ਆਧਾਰ ਬਣੇ ਹੋਏ ਨੇ, ਉਹਦਾ ਕਾਰਨ ਬਣੇ ਹੋਏ ਨੇ, ਤੇ ਹੱਲ ਵੱਲ ਕੋਈ ਸੰਜੀਦਾ ਧਿਆਨ ਨਹੀਂ। ਅੱਗੋਂ ਅੰਤ ਸਾਨੂੰ ਬਹੁਤ ਡਰਾਉਣਾ ਨਜ਼ਰ ਆਉਂਦਾ ਹੈ, ਭਵਿੱਖ ਬਹੁਤ ਕਾਲਾ ਨਜ਼ਰ ਆਉਂਦਾ ਹੈ। ਸਾਰੇ ਕੁਝ ਦੀ ਪੇਸ਼ਗੋਈ ਅਵਤਾਰ ਸਿੰਘ ਦੇ ਨਾਵਲਾਂ ਵਿੱਚ ਮਿਲਦੀ ਹੈ। ਇਸ ਤਰ੍ਹਾਂ ਦੀ ਫਿਰ ਗੱਲ ਆਉਂਦੀ ਹੈ ਕਿ ਨਾਵਲ ਲਿਖਣ ਦਾ, ਜਿਹੜੇ ਮੇਰੇ ਨਾਵਲ ਨੇ ਅਸਲ ਦੇ ਵਿੱਚ ਉਹ ਕਹਾਣੀਆਂ ਤੇ ਨਾਵਲ, ਉਹ ਜੇ ਹੁਣ ਆਪਾਂ ਕ੍ਰੋਨੋਲੋਜੀਕਲੀ ਮਤਲਬ ਦੇਖੀਏ, ਟਾਈਮ ਦੇ ਹਿਸਾਬ ਦੇ ਨਾਲ ਦੇਖੀਏ, ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ 20ਵੀਂ ਸਦੀ ਦੇ ਸ਼ੁਰੂ ਹੋਣ ਤੋਂ ਜਾਂ 19ਵੀਂ ਸਦੀ ਦੇ ਅਖੀਰ ਤੋਂ ਲੈ ਕੇ ਹੁਣ 21ਵੀਂ ਸਦੀ ਦੇ ਇਸ ਦਹਾਕੇ ਤੱਕ ਆ ਜਾਂਦੇ ਨੇ। ਤੇ ਉਹਦੇ ਵਿੱਚ ਜਿਵੇਂ ਸਾਡਾ ਪਿੰਡ ਬਦਲਦਾ ਗਿਆ, ਤਿਵੇਂ ਤਿਵੇਂ ਮੇਰੇ ਨਾਵਲ ਬਦਲਦੇ ਗਏ। ਉਹਨਾਂ ਦੇ ਵਿੱਚ ਉੱਦਾਂ ਹੀ ਯਥਾਰਥ ਜਿਹੜਾ ਹੈਗਾ, ਜੇ ਮੇਰੇ ਸਾਰੇ ਨਾਵਲਾਂ ਨੂੰ ਇੱਕ ਨਾਵਲ ਦੇ ਤੌਰ ਤੇ ਵੀ ਲਿਆ ਜਾਵੇ ਤਾਂ ਉਹਦੇ ਵਿੱਚੋਂ ਆਪਾਂ ਨੂੰ ਸਾਰਾ ਕੁਝ ਦਿਸ ਜਾਂਦਾ। ਕਈ ਵਾਰੀ ਪੁੱਛ ਲੈਂਦੇ, ਹੁਣ ਮੈਂ ਫਰਜ਼ ਕਰੋ ਜਦੋਂ ਨਾਵਲ ਲਿਖਣਾ ਹੁੰਦਾ ਤੇ ਕਈ ਸੱਜਣ ਪੁੱਛ ਲੈਂਦੇ ਨੇ ਵੀ ਲਿਖਦੇ ਕਿਵੇਂ ਹੋ, ਨਾਵਲ ਸੁਝਦਾ ਕਿਵੇਂ ਹੈ। ਇਹ ਬੜਾ ਅਜੀਬ ਵਰਤਾਰਾ ਹੁੰਦਾ। ਜਿਵੇਂ ਹੁਣ ਦੇਖੋ, ਹੁਣ ਕਈ ਵਾਰੀ ਲਿਖਣ ਵੇਲੇ ਵੀ ਜਦੋਂ ਮੈਂ ਆਪਣੀ ਖਾਸ ਜਗ੍ਹਾ ਤੇ ਕਿਤੇ ਆਸਣ ਗ੍ਰਹਿਣ ਕਰ ਲਵਾਂ, ਚਾਹੇ ਉਹ ਕੁਰਸੀ ਹੈ, ਚਾਹੇ ਉਹ ਮੇਜ਼ ਹੈ, ਮਤਲਬ ਕਿਤੇ ਵੀ ਕੋਈ ਜਗ੍ਹਾ ਹੋਵੇ, ਜੇ ਮੈਂ ਲਿਖਦਾ ਹੋਵਾਂ, ਤੇ ਫਿਰ ਮੈਨੂੰ ਉਹ ਇਸ ਤਰ੍ਹਾਂ ਮੇਰੇ ਦਿਮਾਗ ਦੇ ਵਿੱਚ ਘਟਨਾਵਾਂ ਨੇ ਜਾਂ ਜਿਹੜੇ ਪਾਤਰ ਨੇ, ਉਹਨਾਂ ਨਾਲ ਮੈਂ ਇੰਨਾ ਇੱਕਮਿਕ ਹੋ ਜਾਂਦਾ ਕਿ ਮੇਰੇ ਮਿਸਿਜ਼ ਸ਼੍ਰੀਮਤੀ ਮਤਲਬ ਮੇਰੀ ਜਿਹੜੀ ਜੀਵਨ ਸਾਥਣ ਹੈਗਾ ਸੁਖਦੇਵ ਕੌਰ, ਉਹ ਕਹਿੰਦੇ ਹੁੰਦੇ ਵੀ ਤੁਹਾਨੂੰ ਤਾਂ ਤੁਹਾਡੇ ਕੋਲ ਚਾਹੇ ਜਵਾਕ ਲੜੀ ਜਾਣ, ਚਾਹੇ ਢੋਲ ਵੱਜੀ ਜਾਣ, ਤੁਹਾਨੂੰ ਪਤਾ ਨਹੀਂ ਲੱਗਦਾ। ਤੇ ਉਹ ਹੁਣ ਕਈ ਵਾਰੀ ਫਿਰ ਇਦਾਂ ਵੀ ਹੁੰਦਾ ਸੀ ਕਿ ਨਾਵਲ ਲਿਖਣ ਬੈਠੇ ਆ ਤੇ ਬਹੁਤ ਵਧੀਆ ਰੌਮ ਬਣਿਆ ਹੋਇਆ ਲਿਖ ਰਹੇ ਆ, ਤੇ ਲਿਖਦੇ ਰੱਖਦੇ ਫਿਰ ਉਹ ਇਦਾਂ ਦੀ ਗੱਲ ਹੋ ਜਾਣੀ ਜਿਵੇਂ ਉਹ ਐਸਟੀ ਕਾਲਜ ਦੇ ਨਾਲ ਹੋਈ ਸੀ, ਜਦੋਂ ਉਹ ਕੁਬਲਾ ਖਾਨ ਲਿਖ ਰਿਹਾ ਸੀ, ਉਹ ਲਿਖਦਾ ਸੀ ਤੇ ਉਹਦੇ ਵਿੱਚ ਬਹੁਤ ਵਧੀਆ ਰਾਜਾ ਮਹਿਲ ਬਣਾ ਰਿਹਾ, ਉਹਦੇ ਵਿੱਚ ਸਾਰਾ ਉਹ ਵਾਤਾਵਰਨ ਬਕਾਇਦਾ ਜਿਹੜਾ ਹੈਗਾ ਦੈਵੀ ਵਾਤਾਵਰਨ, ਜਿਹਦਾ ਦੇਵੀ ਦੇਵਤਿਆਂ ਦੇ ਪਹਿਰੇ ਵਾਲਾ ਜਾਂ ਦੈਂਤਾਂ ਦੇ ਪਹਿਰੇ ਵਾਲਾ ਉਹ ਇੱਕ ਇੱਦਾਂ ਦਾ ਮਾਹੌਲ ਸਿਰਜ ਰਿਹਾ ਹੈ। ਤੇ ਬਾਹਰੋਂ ਕੋਈ ਦਰਵਾਜ਼ਾ ਖੜਕਾ ਦਿੰਦਾ
ਜੇ ਜਦੋਂ ਉੱਠ ਕੇ ਮੁੜ ਕੇ ਆਉਂਦਾ ਤੇ ਉਹ ਸਾਰਾ ਕੁਝ ਭੁੱਲ ਜਾਂਦਾ। ਤੇ ਕਈ ਵਾਰੀ ਇਦਾਂ ਵੀ ਹੁੰਦਾ ਸੀ ਜਦੋਂ ਮਤਲਬ ਸੁਖਦੇਵ ਨੇ, ਮੈਂ ਬੈਠਾ ਲਿਖ ਰਿਹਾ ਤੇ ਉਹਨੇ ਫਿਰ ਜਦੋਂ ਬਹੁਤ ਉਹਨੇ ਕੋਈ ਆ ਕੇ ਫਿਰ ਇਸ ਤਰ੍ਹਾਂ ਕਹਿਣਾ ਵੀ ਤੁਸੀਂ ਯਾਰ ਥੋੜਾ ਧਨੀਆ ਤਾਂ ਲਿਆ ਦਿਓ, ਤੁਸੀਂ ਤਾਂ ਸੁਣਦੇ ਹੀ ਕੁਝ ਨਹੀਂ ਆ, ਮੈਂ ਸਬਜ਼ੀ ਨੂੰ ਤੜਕਾ ਲਾਉਣ ਤੋਂ ਬੈਠੀ ਆ। ਲਓ ਜੀ, ਫਿਰ ਉਹੀ ਫਿਰ ਉਹ ਕੁਬਲਾ ਖਾਨ ਵਾਲੀ ਉਹ ਗੱਲ ਹੋ ਜਾਂਦੀ ਤੇ ਜਿਹੜਾ ਗੱਲ ਦਿਮਾਗ 'ਚ ਆਈ ਤੇ ਸਾਰੀ ਸਾਫ਼ ਕਈ ਵਾਰ ਇਦਾਂ ਵੀ ਹੋ ਜਾਂਦੀ ਹੈ। ਪਰ ਉਸ ਦਾ ਮੇਰੇ ਨਾਵਲ ਜਾਂ ਮੇਰੇ ਲਿਖਣ ਦੇ ਕੰਮ ਵਿੱਚ ਸਭ ਤੋਂ ਵੱਡਾ ਯੋਗਦਾਨ ਮੇਰੀ ਜੀਵਨ ਸਾਥਣ ਦਾ ਹੈ। ਉਹਨੇ ਮੇਰਾ ਪਹਿਲੀ ਪਾਠਕ ਉਸਨੇ ਪੜ੍ਹੇ ਵੀ ਨੇ, ਤੇ ਜੇ ਮੈਂ ਤੁਹਾਨੂੰ ਦੱਸਾਂ ਤੇ ਉਹਦੇ ਕੋਲੋਂ ਮੈਨੂੰ ਇਹ ਪੈਂਟਾਂ ਵਾਲਿਆਂ ਕੋਲੋਂ ਜਾਂ ਸਾਡੇ ਪੜ੍ਹੇ ਲਿਖਿਆਂ ਕੋਲੋਂ ਨਾਵਲ ਨਹੀਂ ਲੱਭਦੇ ਹੁੰਦੇ। ਜਾਂ ਤਾਂ ਮੈਨੂੰ ਆਪਣੇ ਪਿੰਡ ਦੇ ਜਿਨ੍ਹਾਂ ਨੂੰ ਅਸੀਂ ਅਨਪੜ੍ਹ ਕਹਿੰਦੇ ਆ, ਅੱਧ ਪੜ੍ਹ ਕਹਿੰਦੇ ਆ, ਚਾਹੇ ਉਹ ਤੇਜਾ ਸਿਉਂ ਸੀ, ਚਾਹੇ ਉਹਦੀ ਮਾਤਾ ਸੀ, ਚਾਹੇ ਮੇਰਾ ਮਿੱਤਰ ਰੁੜਦਾ ਸਿਉਂ ਹੈਗਾ, ਮੈਨੂੰ ਤਾਂ ਨਾਵਲ ਉਹਨਾਂ ਕੋਲੋਂ ਲੱਭੇ ਨੇ। ਪਿੰਡ ਦੇ ਵਿੱਚੋਂ ਜਿਹੜਾ ਲੋਕ ਗਿਆਨ ਹੈ ਇਹਨਾਂ ਲੋਕਾਂ ਕੋਲੋਂ ਮਿਲਿਆ ਹੈਗਾ। ਮੇਰੇ ਨਾਵਲਾਂ ਦੇ ਵਿੱਚ ਸਾਰਾ ਕੁਝ ਇਹਨਾਂ ਕੋਲੋਂ ਮਿਲਿਆ ਹੋਇਆ ਹੈਗਾ। ਪਿੰਡ ਦੇ ਜਿਹੜੇ ਲੋਕ, ਜਿਹੜੇ ਇੱਕ ਤਰ੍ਹਾਂ ਦੇ ਸਾਡੇ ਲੋਕ ਵੇਦ ਦੇ ਗਿਆਤਾ ਸੀ, ਉਹਨਾਂ ਦੇ ਕੋਲੋਂ ਹੀ ਮੈਂ ਜਿਹੜਾ ਬੜਾ ਕੁਝ ਪੜ੍ਹਿਆ। ਤੇ ਫਿਰ ਜੇ ਮੈਂ ਤੁਹਾਨੂੰ ਹੁਣ ਇਹ ਦੱਸਾਂ ਗੱਲ ਵੀ ਦੇਖੋ ਕਿਵੇਂ ਸੁਖਦੇਵ ਕੋਲੋਂ ਵੀ ਮੈਨੂੰ ਕਿਵੇਂ ਨਾਵਲ ਮਿਲਿਆ। ਮੈਂ ਹੁਣ ਮੇਰੇ ਕਈ ਨਾਵਲ ਛਪ ਗਏ ਸੀ ਤੇ ਮੈਨੂੰ ਸਿਰ ਜਦੋਂ ਕਦੇ ਕਦਾਈ ਉਹਨੇ ਮੈਨੂੰ ਗੱਲ ਕਰਨੀ ਕਿ ਅਸੀਂ ਦੋਵੇਂ ਭੈਣਾਂ ਜਾਂਦੀਆਂ ਸੀ ਸਕੂਲ ਸਾਈਕਲ ਦੇ ਉੱਤੇ ਇਕੱਠੀਆਂ। ਸਾਡੇ ਕੋਲ ਟੁੱਟਿਆ ਜਿਹਾ ਸਾਈਕਲ ਹੁੰਦਾ ਸੀ ਪੁਰਾਣਾ, ਤੇ ਸਾਡੇ ਕੱਪੜੇ ਵੀ ਪੁਰਾਣੇ ਜਿਹੇ ਹੁੰਦੇ ਸੀ। ਹੁਣ ਸਾਡੇ ਪਿਤਾ ਜੀ ਚਾਹੇ ਹੈਡਮਾਸਟਰ ਸੀ, ਪਰ ਫਿਰ ਵੀ ਉਹ ਕਈ 5 ਭੈਣ ਭਾਈ ਸੀ। ਤੇ ਇੱਕ ਸਾਡੀ ਮਤਲਬ ਮੇਰੀ ਜੀਵਨ ਸਾਥਣ ਕਹਿ ਰਹੀ ਹੈ, ਇੱਕੋ ਮਿੰਟ ਦੀ ਗੱਲ ਹੁੰਦੀ ਸੀ, ਉਹਨੇ ਮੈਨੂੰ ਸੁਣਾਉਣੀ ਹੈ ਕਿ ਉਹ ਮੈਂ ਜਦੋਂ ਅਸੀਂ ਜਾਂਦੀਆਂ ਸੀ ਤੇ ਸਾਡੀ ਜਿਹੜੀ ਕਲਾਸ ਫੈਲੋ ਸੀ ਹੋਰ ਇੱਕ, ਉਹ ਉਸ ਦੇ ਕੋਲ ਸਾਈਕਲ ਵੀ ਨਵਾਂ ਹੋਣਾ, ਬਿਲਕੁਲ ਨਵਾਂ ਨਕੋਰ, ਤੇ ਉਹਨੇ ਜਿਹੜੇ ਉਹਦੇ ਬਸਤਰ ਸੀ ਉਹ ਵੀ ਉਹਨੇ ਹਰ 6 ਮਹੀਨੇ ਬਾਅਦ ਬਿਲਕੁਲ ਨਵੇਂ ਹੋਣੇ। ਅਸੀਂ ਘਰ ਆ ਕੇ ਬੇਬੇ ਜੀ ਕੋਈ ਸ਼ਿਕਾਇਤ ਕਰਨੀ ਵੀ ਸਾਡਾ ਇਹ ਕੀ ਗੱਲ ਹੋਈ, ਦੇਖੋ ਉਹ ਇਦਾਂ ਦੇ ਕੱਪੜੇ ਪਾ ਕੇ ਜਾਂਦੀ, ਸਾਨੂੰ ਸਾਰਾ ਪੁਰਾਣਾ ਹੀ ਸਾਈਕਲ ਜੁੜਿਆ ਹੈਗਾ, ਪੁਰਾਣੇ ਜਿਹੇ ਕੱਪੜੇ ਹੈਗੇ। ਉਹਨੇ ਕਹਿਣਾ ਤੁਸੀਂ 5 ਭੈਣ ਭਾਈ ਹੋ, ਉਹ ਆਪਣੇ ਬਾਪ ਦੀ ਇਕੱਲੀ ਧੀ ਹੈ, ਉਹਨਾਂ ਕੋਲ ਇੰਨੀ ਜ਼ਮੀਨ ਹੈ। ਤੇ ਫਿਰ ਉਹਨੇ ਕਹਿਣਾ ਬਸ ਉਹਦਾ ਹੋਇਆ ਕਿ ਉਹ 10 ਪੜ੍ਹੀ, ਪਰ ਬਾਅਦ ਦੇ ਵਿੱਚ ਉਹਦਾ ਜਦੋਂ ਵਿਆਹ ਕਰਨਾ ਸੀ ਉਹਦੇ ਪਿਓ ਨੇ ਕਿਹਾ ਵੀ ਮੈਂ ਉਹਦੇ ਸਹੁਰਿਆਂ ਨੂੰ ਕਿਹਾ ਵੀ ਮੈਂ ਜ਼ਮੀਨ ਨਹੀਂ ਦੇਣੀ ਆਪਣੀ ਧੀ ਨੂੰ, ਹੁਣ ਜਿੰਨਾ ਮਰਜ਼ੀ ਖਰਚਾ ਕਰਵਾ ਲਓ। ਤੇ ਉਸਨੇ ਆਪਣੀ ਜ਼ਮੀਨ ਆਪਣੇ ਭਤੀਜਿਆਂ ਨੂੰ ਦੇ ਦਿੱਤੀ ਤੇ ਉਹ ਵਿਚਾਰੀ ਦੁੱਖ ਭਰਦੀ ਰਹੀ। ਨਾ ਉਸ ਨੂੰ ਸਹੁਰਿਆਂ ਨੇ ਆਪਣੇ ਸੰਭਾਲਿਆ, ਨਾ ਉਸਦੇ ਪਤੀ ਨੇ ਸੰਘੀਲਿਆ, ਤੇ ਇੱਥੋਂ ਤੱਕ ਕਿ ਨੂੰਹ ਤੇ ਪੁੱਤ ਨੇ ਵੀ ਉਸ ਨੂੰ ਪਿਆਰ ਸਤਿਕਾਰ ਨਹੀਂ ਦਿੱਤਾ। ਕਿ ਅੱਜ ਕੱਲ੍ਹ ਉਹ ਆ ਕੇ ਆਪਣੇ ਉਸੇ ਭਰਾਵਾਂ ਕੋਲੇ ਰਹਿੰਦੀ ਹੈ ਜਿਨ੍ਹਾਂ ਨੇ ਉਹਦੀ ਜ਼ਮੀਨ ਸੰਭਾਲੀ ਸੀ। ਇੰਨੀ ਕੁ ਗੱਲ ਮੈਨੂੰ ਉਸਨੇ 2-3 ਕੁ ਸਾਲਾਂ ਦੇ ਵਿੱਚ ਇੰਨੀ ਕੁ ਸੁਣਾ ਕੇ ਚੁੱਪ ਕਰ ਜਾਣਾ। ਹੁਣ ਮੈਂ ਕਮਾਲ ਦੀ ਗੱਲ ਵੀ ਨਾਵਲ ਕਿਵੇਂ ਬਣਦਾ, ਜਿਵੇਂ ਨਾ ਜੇ ਸਾਡੇ ਪਿੰਡਾਂ ਦੇ ਵਿੱਚ ਮਾਈਆਂ ਦੁੱਧ ਨੂੰ ਜਾਗ ਲਾਉਂਦੀਆਂ ਹੁੰਦੀਆਂ ਸੀ, ਉਹ ਪਹਿਲਾਂ ਦੁਧੌੜੀ, ਸਾਡੇ ਇਲਾਕੇ 'ਚ ਦੁਧੌੜੀ ਕਹਿੰਦੇ ਸੀ, ਦੁੱਧ ਵਾਲੀ ਜਿਹਨੂੰ ਕਾੜ ਨਹੀਂ ਕਹਿੰਦੇ ਨੇ, ਤੇ ਉਹ ਉਹਨੂੰ ਹਾਰੇ ਦੇ ਵਿੱਚ ਜਿਹੜਾ ਹੈਗਾ ਦੁੱਧ ਕੱਢਦਾ ਰਹਿਣਾ ਤੇ ਫਿਰ ਉਸ ਨੂੰ ਰੱਖਣਾ ਉੱਤੇ ਵੀ ਇੱਕ ਕੂੰਡੀ ਦੇ ਨਾਲ ਢੱਕ ਕੇ, ਫਿਰ ਉਹਨੂੰ ਕੜਨੀ ਦੇ ਨਾਲ ਬੰਨ੍ਹ ਕੇ ਫਿਰ ਉਹਨੂੰ ਜਾਣੀ ਜਾਗ ਲਾਉਂਦੇ ਸੀ। ਤੇ ਥੋੜੇ ਜਿਹੇ ਜਾਗ ਨਾਲ ਉਹ ਕਿੰਨਾ ਦਹੀਂ ਵੜ ਜਾਂਦਾ ਸੀ। ਇਸੇ ਤਰ੍ਹਾਂ ਮੇਰੇ ਮਨ 'ਚ ਕਿਤੇ ਉਹ ਸੁਖਦੇਵ ਦੇ ਕਹਿਣ ਦੇ ਨਾਲ ਉਹ ਕਿਤੇ ਜਾਗ ਲੱਗਦਾ ਰਿਹਾ। 3 ਸਾਲ ਬਾਅਦ ਮੇਰੇ ਮਨ ਦੇ ਵਿੱਚ ਉਹ ਨਾਵਲ ਪੂਰਾ ਬਣ ਗਿਆ। ਮੈਂ ਉੱਥੋਂ ਹੀ ਮੈਂ ਆਪਣੇ ਨਾਨਕੇ ਪਿੰਡ ਦਾ ਲੋਕੇਲ ਲੈ ਕੇ, ਮਤਲਬ ਪਿੰਡ ਜਾਂ ਏਰੀਆ ਉਹ ਲੈ ਕੇ, ਤੇ ਕਹਾਣੀ ਜਿਹੜੀ 2 ਮਿੰਟ ਦੀ ਮੈਨੂੰ ਸੁਖਦੇਵ ਨੇ ਸੁਣਾਈ ਸੀ, ਮੇਰੀ ਜੀਵਨ ਸਾਥੀ ਨੇ, ਉਹ ਕਰਕੇ ਤੇ ਮੇਰਾ ਨਾਵਲ ਬਣਿਆ ਖਾਲੀ ਖੂਹਾਂ ਦੀ ਕਥਾ, ਜਿਸ ਨੇ ਪੰਜਾਬੀ ਦੇ ਵਿੱਚ ਸਭ ਤੋਂ ਵੱਡਾ ਇਨਾਮ ਢਾਹਾਂ ਸਾਹਿਤ ਇਨਾਮ ਜਿਸ ਨੂੰ ਮਿਲਿਆ ਸੀ। ਇਦਾਂ ਦੀ ਗੱਲ, ਮਤਲਬ ਨਾਵਲ ਤਾਂ ਐ ਸੁੱਝ ਜਾਂਦਾ, ਇਦਾਂ ਹੀ ਕਹਾਣੀਆਂ ਸੁੱਝਦੀਆਂ ਸੀ। ਇੱਕ ਵਾਰੀ ਹੋਰ ਸੀ, ਇੱਕ ਮੇਰਾ ਨਾਵਲ ਸੀ ਇਹਨਾਂ ਰਾਹਾਂ ਉੱਤੇ ਨਾਵਲ ਦੇ ਵਿੱਚ ਤੁਹਾਨੂੰ ਦੱਸਦੇ ਆ, ਉਹਦੇ ਵਿੱਚ ਕੁਛ ਹਿੱਸਾ
ਮੈਨੂੰ ਕਿਵੇਂ ਸੁਝਿਆ। ਅਸੀਂ ਮਿਸਿਸ ਦੀ ਇੱਕ ਸਹੇਲੀ ਲੁਧਿਆਣੇ ਰਹਿੰਦੇ ਸੀ, ਅਸੀਂ ਉਹਨਾਂ ਦੇ ਘਰੇ ਬੈਠੇ ਆ ਤੇ ਉੱਥੇ ਜਿਹੜਾ ਅਚਾਨਕ ਦੂ ਕਰਦੇ ਬੰਦੇ ਆ ਬੜੇ ਅੰਦਰ, ਤੇ ਉਹ ਗਾਲਾਂ ਗਲਤ ਵੀ ਬੋਲਣ ਲੱਗ ਪਏ। ਉਹਨਾਂ ਨੇ ਈਵਨ ਇਹ ਵੀ ਨਹੀਂ ਦੇਖਿਆ ਵੀ ਇਹਦੇ ਘਰੇ ਮਹਿਮਾਨ ਆਏ ਹੋਏ ਨੇ। ਉਹ ਅਸਲ ਗੱਲ ਇਹ ਸੀ ਕਿ ਉਹ ਲੜਕੀ ਜਿਹੜੀ ਕੋਠੀ ਦੇ ਵਿੱਚ ਰਹਿੰਦੀ ਸੀ, ਉਹਦੇ ਮਾਪਿਆਂ ਵੱਲੋਂ ਉਹਨਾਂ ਨੇ ਉਹਨੂੰ ਬਚਪਨ ਤੋਂ ਕਿਹਾ ਸੀ ਕਿ ਤੈਨੂੰ ਮਿਲੂਗੀ, ਤੇ ਜਿਹੜਾ ਉਹਦਾ ਭਰਾ ਸੀ ਇੱਕੋ ਹੀ, ਤੇ ਜ਼ਮੀਨ ਉਹਦੇ ਭਰਾ ਨੂੰ ਮਿਲ ਗਈ ਸੀ, 12-13 ਏਕੜ ਜ਼ਮੀਨ ਸੀ। ਪਰ ਹੁਣ ਉਹ ਕੋਠੀ ਵੀ ਉਹਦੇ ਕੋਲੋਂ ਖੋਹਣੀ ਚਾਹੁੰਦੇ ਸੀ, ਉਹਨਾਂ ਦਾ ਝਗੜਾ ਚੱਲ ਰਿਹਾ ਸੀ। ਤੇ ਉਹ ਜਿਹੜੀ ਘਟਨਾ ਮੇਰੇ ਮਨ ਤੇ ਉਹਨੇ ਇੰਨਾ ਮੈਨੂੰ ਟੁੰਬਿਆ, ਉਹ ਇਹਨਾਂ ਰਾਹਾਂ ਉੱਤੇ ਦੀ ਵਿੱਚ ਜਿਹੜੇ ਮਤਲਬ ਉਹਦਾ ਸਬ ਪਲਾਟ ਦੇ ਤੌਰ ਤੇ ਉਹ ਜਿਹੜਾ ਉਹਦੇ ਵਿੱਚ ਚਰਨਜੀਤ ਦਾ ਪਾਤਰ ਹੈ ਲੜਕੀ ਦਾ, ਉਹਦੇ ਨਾਲ ਭਰਾ ਕਿਵੇਂ ਵਧੀਕੀ ਕਰਦਾ ਹੈ ਤੇ ਕਿੱਦਾਂ ਦਾ ਸਾਡਾ ਇਹ ਜੀਵਨ ਹੈਗਾ, ਉਹ ਸਾਰਾ ਉਹ ਉਸ ਤੋਂ ਮਤਲਬ ਸੁਝਾਇਆ ਗਿਆ ਸੀ। ਤੇ ਉਹਦੇ ਨਾਲ ਉਹ ਨਾਵਲ ਜਿਹੜਾ ਉਹਦਾ ਹਿੱਸਾ ਸੀ ਇਸ ਮਤਲਬ ਕੰਪਲੀਟ ਹੋ ਗਿਆ। ਤੇ ਨਾਵਲ ਇਹ ਨਹੀਂ ਹੁੰਦਾ ਕਿ ਬਣੀ ਬਣਾਈ ਘਟਨਾ ਸਾਨੂੰ ਕਿਸੇ ਦੇ ਕੋਲੋਂ ਮਿਲ ਜਾਂਦੀ ਹੈ, ਕਿਸੇ ਦੇ ਜੀਵਨ ਬਾਰੇ ਜੇ ਅਸੀਂ ਉੱਦਾਂ ਹੀ ਕੋਈ ਫਰਜ਼ ਕਰੋ ਟੇਪ ਰਿਕਾਰਡ ਲੈ ਕੇ ਚੱਲ ਪਵੇ ਤੇ ਜਿਹੜੀਆਂ ਗੱਲਾਂ ਕੋਈ ਆਪਣੇ ਜੀਵਨ ਦੀਆਂ ਕਹਾਣੀ ਸੁਣਾਉਂਦਾ ਹੈ, ਉੱਦਾਂ ਨਾਵਲ ਨਹੀਂ ਬਣਦਾ। ਨਾਵਲ ਤਾਂ ਸਾਨੂੰ ਜਿਹੜੀ ਇਮੈਜੀਨੇਟਿਵ ਟਰੂਥ ਹੁੰਦੀ ਹੈ, ਉਹ ਤਾਂ ਲੇਖਕ ਨੇ ਬਿਲਕੁਲ ਸਹੀ ਗੱਲ ਹੈ ਕਿ ਜੀਵਨ ਦੇ ਵਿੱਚੋਂ ਘਟਨਾਵਾਂ ਲੈਣੀਆਂ ਹੁੰਦੀਆਂ ਨੇ, ਪਰ ਉਸ ਦੇ ਵਿੱਚ ਉਹ ਕਲਪਨਾ ਦੇ ਨਾਲ, ਆਪਣੀ ਦ੍ਰਿਸ਼ਟੀ ਦੇ ਨਾਲ, ਆਪਣਾ ਜਿਹੜਾ ਉਹਦਾ ਵਿਜ਼ਨ ਹੈਗਾ, ਦ੍ਰਿਸ਼ਟੀ ਹੈ, ਤੇ ਉਸ ਦੇ ਨਾਲ ਉਹ ਉਸ ਨੇ ਇੱਕ ਮਕਾਨ ਨੂੰ ਢਾਹ ਕੇ ਬਣਾਉਣਾ ਹੁੰਦਾ, ਆਪਣੀ ਮਰਜ਼ੀ ਨਾਲ ਬਣਾਉਣਾ ਹੁੰਦਾ। ਉਹਦੇ ਵਿੱਚੋਂ ਜਿਹੜਾ ਮਲਬਾ ਹੈਗਾ ਚੰਗਾ ਚੰਗਾ ਰੱਖ ਕੇ ਤੇ ਆਪਣੇ ਨਕਸ਼ੇ ਅਨੁਸਾਰ ਬਣਾਉਣਾ ਹੁੰਦਾ ਹੈ। ਤੇ ਉਹਦੇ ਵਿੱਚੋਂ ਲੋਕ ਇਹ ਤਾਂ ਪਛਾਣ ਲੈਂਦੇ ਨੇ ਵੀ ਆਹ ਪੁਰਾਣੇ ਮਕਾਨ ਦੀ ਆਹ ਇੱਟ ਪਹਿਲਾਂ ਉੱਥੇ ਲੱਗੀ ਹੋਈ ਸੀ, ਹੁਣ ਇੱਥੇ ਲੱਗੀ ਹੋਈ ਹੈ। ਇਹ ਤਾਂ ਹੋ ਜਾਂਦਾ ਹੈ, ਪਰ ਉਹ ਬਿਲਕੁਲ ਇੱਕ ਵੱਖਰਾ ਸਟਰਕਚਰ ਹੁੰਦਾ। ਉਸ ਉਹ ਜੀਵਨ ਦਾ ਪ੍ਰਤਾਉ ਤਾਂ ਹੁੰਦਾ, ਤਾਂ ਹੀ ਉਹ ਸਾਰੇ ਲੋਕਾਂ ਨੂੰ ਆਪਣਾ ਲੱਗਦਾ ਹੁੰਦਾ। ਫਰਜ਼ ਕਰੋ ਮੈਂ ਨਿਰੰਜਨ ਮਸ਼ਾਲਚੀ ਨਾਵਲ ਮੈਂ ਲਿਖਿਆ, ਉਹ ਬਿਲਕੁਲ ਮੇਰੇ ਮਾਪਿਆਂ ਦੀ ਜੀਵਨ ਕਹਾਣੀ ਹੈ, ਤੇ ਪਰ ਜਦੋਂ ਉਹ ਨਾਵਲ ਛਪਿਆ ਤੇ ਮੈਨੂੰ ਹਰ ਕੋਈ ਕਹੇ, ਆਲੇ ਦੁਆਲੇ ਦੇ ਕਿੰਨੇ ਪਾਠਕਾਂ ਨੇ ਮੈਨੂੰ ਚਿੱਠੀਆਂ ਵੀ ਪਾਈਆਂ, ਤੇ ਇਹ ਤਾਂ ਸਾਡੇ ਘਰ ਦੀ ਕਹਾਣੀ ਹੈ, ਸਾਡੇ ਬੀਬੀ ਬਾਪੂ ਦੀ ਕਹਾਣੀ ਹੈ। ਤੇ ਇਹ ਅਸਲ ਵਿੱਚ ਫਿਕਸ਼ਨ ਜਾਂ ਗਲਪ ਜਾਂ ਸਾਡਾ ਨਾਵਲ ਜਾਂ ਕਹਾਣੀ ਉਹੀ ਹੁੰਦੀ ਹੈ ਜਦੋਂ ਉਹਦੇ ਨਾਲ ਕੋਈ ਪਾਤਰ ਹੈ ਜਿਹੜਾ ਉਹ ਨੇੜਤਾ ਪੈਦਾ ਕਰਕੇ ਉਹਦੇ ਨਾਲ ਇੱਕਮਿਕ ਹੋ ਜਾਵੇ ਵੀ ਇਹ ਤਾਂ ਵੀ ਮੇਰੀਆਂ ਗੱਲਾਂ ਕਰ ਰਿਹਾ, ਫਿਰ ਉਹ ਲੋਕਾਂ ਦੀ ਕਹਾਣੀ ਬਣ ਜਾਂਦੀ ਹੈ। ਇਸ ਤਰ੍ਹਾਂ ਨਹੀਂ ਹੁੰਦਾ ਕਿ ਅਸੀਂ ਮਤਲਬ ਰਿਕਾਰਡ ਕਰ ਕਰਕੇ ਲਿਖੀ ਜਾਈਏ, ਇੱਦਾਂ ਜਿਹੜੇ ਇਹਦੀ ਰਚਨਾ ਨਹੀਂ ਕਰ ਹੁੰਦੀ। ਇਹਦੇ ਵਿੱਚ ਕਿੰਨੀਆਂ ਗੱਲਾਂ ਹੋਰ ਵੀ ਆ ਜਾਂਦੀਆਂ ਨੇ, ਜਿਵੇਂ ਮੈਨੂੰ ਕਈ ਵਾਰੀ ਇਹ ਵੀ ਪੁੱਛਿਆ ਜਾਂਦਾ, ਤੁਸੀਂ ਇਨਾਮ ਸਨਮਾਨਾਂ ਬਾਰੇ ਗੱਲਾਂ ਕਰਦਿਆਂ ਮੈਨੂੰ ਜਗਜੀਤ ਗਿੱਲ ਨੇ ਵੀ ਮੈਨੂੰ ਇਹ ਕਿਹਾ ਇਹਦੇ ਬਾਰੇ ਵੀ ਤੁਸੀਂ ਥੋੜਾ ਕੋਈ ਗੱਲ ਕਰ ਲਿਓ। ਬਈ ਜਿੱਥੋਂ ਤੱਕ ਇਨਾਮ ਸਨਮਾਨਾਂ ਦੀ ਗੱਲ ਹੈ, ਮੇਰੇ ਉੱਤੇ ਤਾਂ ਸਮਝ ਲਓ ਬਈ ਇਨਾਮਾਂ ਦੀ ਪੰਜਾਬੀ ਸਾਹਿਤ ਜਗਤ ਮੇਰੇ ਤੇ ਇੰਨਾ ਮਿਹਰਬਾਨ ਹੋਇਆ, ਉਹਨਾਂ ਨੇ ਮੇਰੇ ਤੇ ਇਨਾਮਾਂ ਦੀ ਵਰਖਾ ਕੀਤੀ ਹੈ। ਤੁਸੀਂ ਇਹ ਦੇਖ ਲਓ ਬਈ ਸਾਰੇ ਪ੍ਰਸਿੱਧ ਇਨਾਮ ਸ਼ੁਰੂ ਤੋਂ 1992 ਤੋਂ ਲੈ ਕੇ ਮੈਨੂੰ ਮਿਲਦੇ ਰਹੇ ਨੇ। ਚਾਹੇ ਮੇਰੀ ਇੱਕ ਕਹਾਣੀ ਨੂੰ ਇਨਾਮ ਸੀ, ਬਾਲ ਸਾਹਿਬ ਦੇ ਖਰੜੇ ਨੂੰ ਇਨਾਮ ਸੀ, 2 ਨਾਵਲਾਂ ਨੂੰ ਇਨਾਮ ਸੀ, ਇੱਕ ਨੂੰ ਨਵੇਂ ਜ਼ਮਾਨੇ ਵੱਲੋਂ ਇਨਾਮ ਹੈਗਾ ਸੀ, ਫਿਰ ਤੁਹਾਡੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣੇ ਦਾ ਇਨਾਮ ਸੀ, ਹਾਂਜੀ ਭਾਸ਼ਾ ਵਿਭਾਗ ਦਾ ਜਿਹੜਾ ਸ਼੍ਰੋਮਣੀ ਸਾਹਿਤਕਾਰ ਦਾ ਇਨਾਮ, ਇਸੇ ਤਰ੍ਹਾਂ ਫਿਰ ਢਾਹਾਂ ਦਾ ਜਿਹੜਾ ਸਰਬੋਤਮ ਇਨਾਮ ਹੈਗਾ ਉਹ ਮੈਂ ਉਹਦਾ ਤਾਂ ਮੈਂ ਸਾਰੇ ਲਿਸਟ ਵਿੱਚ ਮੇਰੀਆਂ ਕਿਤਾਬਾਂ ਦੇ ਵਿੱਚ ਵੀ ਮੇਰੇ ਉੱਥੇ ਲਿਖਿਆ ਹੁੰਦਾ ਹੈ। ਤੇ ਮੈਂ ਤੁਹਾਨੂੰ ਇਹੋ ਜਿਹੇ 2-3 ਇਨਾਮਾਂ ਦੀ ਗੱਲ ਕਰੂੰਗਾ ਜਿਹੜੇ ਮੈਨੂੰ ਇਹਨਾਂ ਵਾਂਗੂ ਹੀ ਬਹੁਤ ਪਿਆਰੇ ਲੱਗੇ ਨੇ।
ਇੱਕ ਤਾਂ ਜਦੋਂ ਮੈਂ ਅਜੇ 90 ਕੁ ਦੇ ਵਿੱਚ ਛਪਣ ਲੱਗਿਆ ਤਾਂ ਮੇਰੇ ਪਿੰਡ ਦੇ ਨਾਲ ਇਹ ਪਿੰਡ ਹੈਗਾ, ਜਿਹੜੇ ਮੈਂ 9 ਪਿੰਡ ਗਿਣਦਾ ਹੁੰਦਾ, ਸ਼ੇਰ ਸਲੌਦੀ, ਸਰਬਰਪੁਰ, ਗੋਸਲਾ, ਮਾਨੂਪੁਰ, ਚੱਕ ਨੌਲੜੀ, ਦੌਦਪੁਰ। ਇਹਨਾਂ 9 ਤੋਂ ਬਿਨਾਂ ਵੀ ਇੱਕ ਸਾਡੇ 2-3 ਪਿੰਡ ਹੋਰ ਸਾਡੇ ਨਾਲ ਲੱਗਦੇ ਨੇ, ਉਹ ਇਹ ਕਹਾਵਤ 'ਚ ਨਹੀਂ ਆਉਂਦੇ। ਉਹ ਹੈਗਾ ਰਹਾਉਣ, ਮਾਜਰਾ, ਹਰਿਓਂ। ਤੇ ਉੱਥੇ ਮੈਨੂੰ ਸੱਦਿਆ ਗਿਆ ਰਾਮ ਸਿੰਘ ਢਿੱਲੋਂ ਅਤੇ ਬਲਦੇਵ ਸਿੰਘ ਰਾਏ, ਦੋ ਬੜੇ ਗੰਭੀਰ, ਬਾਅਦ 'ਚ ਪਾਠਕ ਵੀ, ਲੇਖਕ ਵੀ ਬਣੇ, ਉਦੋਂ ਪਾਠਕ ਸੀ। ਤੇ ਉਹਨਾਂ ਨੇ ਡਾਕਟਰ ਹਰਚੰਦ ਸਿੰਘ ਸਰਹੰਦੀ, ਉਦੋਂ ਚੋਟੀ ਦੇ ਵਾਰਤਕ ਲੇਖਕ ਸੀ ਸਾਡੇ ਉਸ ਸਮੇਂ ਤੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਜਿਹੜਾ ਸਾਇੰਸ ਦਾ ਗਿਆਨ ਸੀ ਉਹ ਵਾਰਤਕ ਦੇ ਵਿੱਚ ਦਿੱਤਾ। ਉਹਨਾਂ ਕੋਲੋਂ ਮੈਨੂੰ ਇੱਕ ਸਰਟੀਫਿਕੇਟ ਲਿਖ ਕੇ ਦਿੱਤਾ ਕਿ ਤੁਹਾਨੂੰ ਅਸੀਂ ਇਸ ਇਲਾਕੇ ਦਾ ਉੱਤਮ ਲੇਖਕ ਮੰਨਦੇ ਹਾਂ। ਮੈਨੂੰ ਉਹ ਇਨਾਮ ਦੀ ਬੜੀ ਖੁਸ਼ੀ ਹੋਈ। ਹੁਣ ਵੀ ਮੇਰੇ ਕੋਲ ਘਰੇ ਸਰਟੀਫਿਕੇਟ ਉਹ ਸੰਭਾਲਿਆ ਹੋਇਆ ਹੈ। ਤੇ ਉਹ ਮੈਨੂੰ ਜਿਹੜਾ ਹੈ ਪਹਿਲਾ ਇਨਾਮ ਮੇਰੀ ਲਿਖਤ ਨੂੰ ਮੇਰੇ ਇਲਾਕੇ ਦੇ ਮੇਰੇ ਇਹਨਾਂ ਸੱਜਣਾਂ ਨੇ ਦਿੱਤਾ ਸੀ। ਅੱਛਾ, ਫਿਰ ਜਦੋਂ ਢਾਹਾਂ ਇਨਾਮ ਦਾ ਐਲਾਨ ਹੋਇਆ, ਮੈਂ ਇਨਾਮ ਲੈਣ ਵੀ ਗਿਆ। ਤੇ ਮੈਂ ਤਾਂ ਉਦੋਂ ਉਹ ਕੈਨੇਡਾ ਦੇ ਵਿੱਚ ਇਨਾਮ ਹੈਗਾ, ਵੈਨਕੂਵਰ ਦੇ ਵਿੱਚ। ਤੇ ਮੈਂ ਉਦੋਂ ਕੈਲੀਫੋਰਨੀਆ ਦੇ ਵਿੱਚ ਸੀ, ਨਵਾਂ ਗਿਆ ਸੀ ਹਾਲੇ। ਉੱਥੋਂ ਕੋਈ 1500-1600 ਕਿਲੋਮੀਟਰ ਘੱਟ ਤੋਂ ਘੱਟ। ਤੇ ਮੇਰੇ ਸਾਹਿਤ ਸਭਾ ਸਮਰਾਲਾ ਨੇ ਉਸ ਖੁਸ਼ੀ ਦੇ ਵਿੱਚ ਉੱਥੇ ਲੱਡੂ ਵੰਡੇ ਸਮਰਾਲੇ ਦੇ ਵਿੱਚ, ਤੇ ਉਹ ਅਖਬਾਰਾਂ ਦੇ ਵਿੱਚ ਖਬਰ ਛਪੀ ਕਿ ਸਾਡੇ ਇਲਾਕੇ ਦੇ ਮਾਣ ਹੋਇਆ, ਸਾਡੇ ਇਲਾਕੇ ਦਾ ਮਾਣ ਹੋਇਆ। ਤੇ ਮੈਨੂੰ ਬੜੀ ਖੁਸ਼ੀ, ਮੈਨੂੰ ਉਸ ਦੀ ਵੀ ਬਹੁਤ ਖੁਸ਼ੀ ਹੋਈ ਕਿ ਉਸ ਸਭਾ ਦੇ, ਮੇਰੀ ਤਹਿਸੀਲ ਦੀ, ਮਤਲਬ ਮੇਰੇ ਉਸ ਸਮਰਾਲੇ ਸ਼ਹਿਰ ਦੀ, ਉਹ ਸਭ ਤੋਂ ਪੁਰਾਣੀ ਸਾਹਿਤ ਸਭਾ ਹੈਗੀ ਤੇ ਮੈਂ ਉਸ ਦਾ ਮੈਂਬਰ ਹਾਂ। ਤੇ ਉਹਦੇ ਜਿਹੜੇ ਪ੍ਰਧਾਨ ਸੀ ਹੈਗੇ ਨੇ ਹੁਣ, ਤੇ ਸਰਪ੍ਰਸਤ ਨੇ, ਤੇ ਬੜੇ ਉਹ ਪੁਰਾਣੇ ਕਾਮਰੇਡ ਨੇ, ਸ਼੍ਰੀ ਬਿਹਾਰੀ ਲਾਲ ਸੱਦੀ। ਉਹਨਾਂ ਦੀ ਸਰਪ੍ਰਸਤੀ ਦੇ ਹੇਠ, ਪ੍ਰਧਾਨਗੀ ਹੇਠ ਉੱਥੇ ਇਸ ਤਰ੍ਹਾਂ ਦੀ ਖੁਸ਼ੀ ਮਨਾਈ ਗਈ। ਤੇ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੋਈ। ਤੇ ਫਿਰ ਜਦੋਂ ਮੈਂ ਵਾਪਸ ਪਿੰਡ 2 ਸਾਲ ਬਾਅਦ ਵਾਪਸ ਆਇਆ ਪਿੰਡ ਦੇ ਵਿੱਚ, ਮੇਰੀ ਪਿੰਡ ਦੇ ਮੋਹਤਬਰ ਸੱਜਣ ਤੇ ਮੇਰੇ ਪਿੰਡ ਦੀ ਪੰਚਾਇਤ ਨੇ ਘਰ ਆ ਕੇ ਮੇਰਾ ਸਨਮਾਨ ਕੀਤਾ। ਇਹ ਜਿਹੜੀ ਮਾਨਤਾ ਹੈਗੀ ਆ ਨਾ, ਇਹ ਮੈਨੂੰ ਫਿਰ ਪਾਠਕਾਂ ਦੀਆਂ ਚਿੱਠੀਆਂ ਤੇ ਫਿਰ ਫੋਨ, ਟੈਲੀਫੋਨ ਰਾਹੀਂ ਅਣਗਿਣਤ ਪਾਠਕਾਂ ਦੇ ਜਿਹੜਾ ਮੈਨੂੰ ਤਾਂ ਮਤਲਬ ਬਹੁਤ, ਜਿਵੇਂ ਮੈਂ ਕਹਾਂ ਵੀ ਮੈਂ ਮਸ਼ਕੂਰ ਹਾਂ, ਮੈਂ ਇਸ ਪੰਜਾਬੀ ਸਾਹਿਤ ਜਗਤ ਦਾ ਮੈਂ ਰਿਣੀ ਹਾਂ ਕਿ ਆਪਣੇ ਪਾਠਕਾਂ ਦਾ, ਆਲੋਚਕਾਂ ਦਾ, ਤੇ ਜਿਨ੍ਹਾਂ ਨੇ ਕਦਰਦਾਨਾਂ ਦਾ, ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ। ਤੇ ਮੇਰੀ ਤਾਂ ਮੈਂ ਇਹ ਕੋਈ ਵੀ ਕਈ ਵਾਰ ਮੇਰੇ ਮਨ ਦੇ ਵਿੱਚ ਇਹ ਆਉਂਦਾ ਹੁੰਦਾ ਕਿ ਉਗਰ ਗਿਆ ਜੈਸੇ ਖੋਟਾ ਡਬੂਆ, ਨਦਰ ਸਰਾਫਾਂ ਆਇਆ। ਉਹ ਜਿਵੇਂ ਖੋਟਾ ਸਿੱਕਾ ਜੇ ਕਿਸੇ ਸਰਾਫ ਦੀ ਨਜ਼ਰ ਚੜ੍ਹ ਜਾਵੇ ਤਾਂ ਉਸ ਦੀ ਪਛਾਣ ਹੋ ਜਾਂਦੀ ਹੈ, ਉਹਦਾ ਮੁੱਲ ਪੈ ਜਾਂਦਾ। ਮੇਰਾ ਤਾਂ ਇਸ ਤਰ੍ਹਾਂ ਪੰਜਾਬੀ ਸਾਹਿਤ ਜਗਤ ਨੇ ਮੁੱਲ ਪਾਇਆ ਹੈਗਾ। ਔਰ ਮੇਰੀ ਜਿਹੜੀ ਦੇਣ ਹੈਗੀ ਹੈ ਇਸ ਜਗਤ ਨੂੰ, ਉਹਦੇ ਨਾਲੋਂ ਵੀ ਬਹੁਤ ਜ਼ਿਆਦਾ ਮੁੱਲ ਪਾਇਆ ਹੈਗਾ। ਮੈਂ ਤਾਂ ਬੜਾ ਧੰਨਵਾਦੀ ਹਾਂ। ਇਸ ਲਈ ਇਹ ਇਨਾਮਾਂ ਸਨਮਾਨਾਂ ਬਾਰੇ ਮੇਰਾ ਜਿਹੜਾ ਮਾਣ, ਜਿਹੜਾ ਇਹ ਮੇਰਾ ਜਿਹੜਾ ਦ੍ਰਿਸ਼ਟੀਕੋਣ ਹੈ ਜਾਂ ਨਜ਼ਰੀਆ ਹੈ, ਲੇਖਕ ਨੂੰ ਲਿਖਦੇ ਰਹਿਣਾ ਚਾਹੀਦਾ ਹੈ, ਘਰ ਦੇ ਉਹ ਆਪਣੀ ਧੁਨ ਦਾ ਪੱਕਾ ਹੋ ਕੇ ਲੱਗਿਆ ਰਹੇ। ਤੇ ਇਨਾਮਾਂ ਸਨਮਾਨਾਂ, ਗੁਣ ਜਿਹੜੇ ਮੁੱਲ ਪਾਉਣ ਵਾਲੇ ਨੇ, ਉਹ ਤਾਂ ਆਪਣੇ ਆਪ ਆ ਜਾਂਦੇ ਨੇ। ਮੈਨੂੰ ਬਹੁਤ ਖੁਸ਼ੀ ਹੈ ਤੇ ਮੈਂ ਧੰਨਵਾਦੀ ਵੀ ਹਾਂ ਦਸਤਾਵੇਜ਼ ਮੈਗਜ਼ੀਨ ਦੇ ਜਿਹੜੇ ਸੰਸਥਾਪਕ ਹੈਗੇ ਨੇ, ਸਰਦਾਰ ਜਗਜੀਤ ਸਿੰਘ ਗਿੱਲ, ਜਿਹੜੇ ਇਹਨਾਂ ਦਾ ਵਿਲੱਖਣ ਇਹ ਕਾਰਜ ਕਰ ਰਹੇ ਨੇ। ਖਾਸ ਕਰਕੇ ਲੇਖਕਾਂ, ਕਲਾਕਾਰਾਂ ਬਾਰੇ ਇਹ ਆਪਣੀ ਇੰਨੀ ਮਿਹਨਤ ਕਰਦੇ ਨੇ ਕਿ ਉਹ ਇਹਨਾਂ ਨੂੰ ਇੱਕ ਦਸਤਾਵੇਜ਼ ਹੀ ਬਣਾ ਰਹੇ ਨੇ ਹਰ ਲੇਖਕ ਦੇ ਬਾਰੇ। ਤੇ ਇਸ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਤੇ ਦਰਸ਼ਕੋ,
ਤੁਸੀਂ ਮੈਨੂੰ ਸੁਣਿਆ ਹੈਗਾ, ਮੇਰੀਆਂ ਜਿਹੜੀਆਂ ਸਾਦੀਆਂ ਸਿੱਧੀਆਂ ਗੱਲਾਂ ਨੇ, ਤੁਸੀਂ ਕੀ ਲਿਖਦਾ ਹੈ ਉਹ ਤਾਂ ਤੁਸੀਂ ਮੇਰਾ ਨਾਵਲਾਂ ਦੇ ਵਿੱਚ, ਕਹਾਣੀਆਂ ਦੇ ਵਿੱਚ ਦੇਖਦੇ ਹੀ ਹੋ। ਤੇ ਇਹ ਜੋ ਅੱਜ ਥੋੜ੍ਹੀਆਂ ਗੱਲਾਂ ਵਿੱਚੋਂ ਗੱਲਾਂ ਆਪਾਂ ਨੇ ਉਹੀ ਜਿਵੇਂ ਸ਼ੁਰੂ ਵਿੱਚ ਕਿਹਾ ਸੀ ਕਿ ਬਾਤ ਨਿਕਾਲੂੰ ਬਾਤ ਸੇ ਬਾਤ ਜਿਉਂ ਗੰਢੇ ਕੇ ਪਾਤ ਮੇ ਪਾਤ। ਤੇ ਆਪਾਂ ਇਹ ਗੱਲਾਂ ਕੀਤੀਆਂ ਨੇ, ਉਮੀਦ ਹੈ ਤੁਹਾਨੂੰ ਪਸੰਦ ਆਉਣਗੀਆਂ ਤੇ ਤੁਸੀਂ ਇਹਨਾਂ ਦੇ ਬਾਰੇ ਰਾਏ ਵੀ ਦੇਵੋਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ।